ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਾਸੀਠ ਹਰ ਨਾਮ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਪ੍ਰਾਨੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਪ੍ਰਾਨੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਰਹਾਉ ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰਈ। ਕੌਣ ਨਾਮ ਗੁਰ ਜਾ ਕੈ ਸਿਮਰੈ,
ਭਵ ਸਾਗਰ ਕਉ ਤਰਈ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹਿ ਜਪੈ ਗਤ ਪਾਵੈ। ਔਰ ਧਰਮ ਤਾਕੈ ਸਮ ਨਾਹਨ, ਇਹ ਬਿਦ ਬੇਦ ਬਤਾਵੈ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ, ਜਾਗਦੀ ਜੋਤ, ਪ੍ਰਕਾਸ਼ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਲਈ ਆਪਾਂ ਨੂੰ ਪ੍ਰਾਪਤ ਹੋਇਆ ਹੈ। ਦੀਨ ਦਿਆਲ ਸਤਿਗੁਰੂ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਦੀ ਅੰਮ੍ਰਿਤ ਪਵਿੱਤਰ ਉਚਾਰਨ ਕੀਤੀ ਹੋਈ ਗੁਰਬਾਣੀ ਦੀ ਲੜੀਵਾਰ ਕਥਾ ਆਪ ਸ਼ਰਧਾ ਪਿਆਰ ਨਾਲ ਸਰਵਣ ਕਰਦੇ ਹੋ। ਸਤਿਗੁਰੂ ਜੀ ਸੋਰਠ ਰਾਗ ਦੇ ਅੰਦਰ ਹਜ਼ੂਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਇਹ ਪੰਜਵਾਂ ਸ਼ਬਦ ਸੱਚੇ ਪਾਤਸ਼ਾਹ ਰਾਗ ਸੋਰਠ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਆਪਣੀ ਪਵਿੱਤਰ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਮਹਾਰਾਜ ਜੀ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪ੍ਰਾਨੀ ਕੌਣ ਉਪਾਉ ਕਰੈ। ਜਦੋਂ ਅਗਿਆਨ ਕਾਲ ਹੁੰਦਾ ਹੈ, ਮਨ ਦੇ ਅੰਦਰ ਚੇਸ਼ਟਾ ਜਾਗਦੀ ਹੈ ਪੂਰਬਲੇ ਸੰਸਕਾਰਾਂ ਕਰਕੇ ਕਿ ਮੈਂ ਕਿਹੜਾ ਯਤਨ ਕਰਾਂ ਜਿਸ ਕਰਕੇ ਕਿ ਮੈਨੂੰ ਮੋਕਸ਼ ਦੀ ਦਾਤ ਪ੍ਰਾਪਤ ਹੋਵੇ, ਮਨ ਦੇ ਅੰਦਰ ਸੁੱਖ ਮਿਲ ਜਾਵੇ, ਵਾਹਿਗੁਰੂ ਦੇ ਭਜਨ ਕਰਨ ਦੇ ਵਿੱਚ ਮੇਰਾ ਚਿੱਤ ਜੁੜ ਜਾਵੇ, ਮੈਨੂੰ ਸ਼ੁਭ ਗੁਣ ਕਮਾਉਣ ਦੀ ਦਾਤ ਪ੍ਰਾਪਤ ਹੋਵੇ। ਕਿਉਂਕਿ ਜਦੋਂ ਮਨ ਸਾਧਨ ਵੀ ਨਾ ਕਰਨ ਦੇਵੇ ਨਾ ਤੇ ਫਿਰ ਅਸਮਰੱਥ ਹੋ ਜਾਂਦਾ ਹੈ। ਦੋ ਮਨ ਲੜਦੇ ਰਹਿੰਦੇ ਆ ਸਦਾ ਹੀ ਅੰਦਰ, ਉਹ ਬੁਰੀਆਂ ਇੱਛਾਵਾਂ ਤੇ ਸ਼ੁਭ ਇੱਛਾਵਾਂ। ਜਦੋਂ ਬੁਰੇ ਭਾਵ ਦਾ ਮਨ ਦੇ ਉੱਤੇ ਗਲਬਾ ਪੈ ਜਾਂਦਾ ਹੈ, ਜੀਵ ਚਾਹੁੰਦਿਆਂ ਹੋਇਆਂ ਵੀ ਉਹਦੇ ਕੋਲੋਂ ਸ਼ੁਭ ਗੁਣ ਕਮਾਏ ਨਹੀਂ ਜਾਂਦੇ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਨਾਮ ਜਪਿਆ ਨਹੀਂ ਜਾਂਦਾ, ਸੇਵਾ ਹੁੰਦੀ ਨਹੀਂ, ਅੰਦਰ ਚੇਸ਼ਟਾ ਬਣੀ ਰਹਿੰਦੀ ਹੈ ਕਿ ਮੈਂ
ਅੰਮ੍ਰਿਤ ਵੇਲੇ ਜਾਗਾਂ ਭਜਨ ਕਰਾਂ, ਪਰ ਮਨ ਦਾ ਬੁਰਾ ਭਾਵ, ਅੰਦਰ ਔਗਣਾਂ ਦਾ ਇੰਨਾ ਪ੍ਰਭਾਵ ਕਿ ਮਨ ਆਲਸ ਦੇ ਸਾਹਿਤ ਰਹਿੰਦਾ ਹੈ। ਉਹੋ ਹੀ ਆਲਸ ਸਰੀਰ ਦੇ ਉੱਤੇ ਪਿਆ ਰਹਿੰਦਾ ਹੈ ਤੇ ਚਾਹੁੰਦਾ ਹੈ ਕਿ ਮੈਂ ਭਜਨ ਕਰ ਲਵਾਂ, ਪਰ ਭਜਨ ਕਰਨ ਦਾ ਉਦਮ ਵੀ ਇਹਦੇ ਕੋਲੋਂ ਨਹੀਂ ਹੁੰਦਾ, ਸਾਧਨ ਵੀ ਜੁਟਾ ਨਹੀਂ ਪਾਉਂਦਾ। ਜੇ ਕਰਕੇ ਸਾਧਨ ਵੀ ਜੁਟਾ ਲਵੇ ਫਿਰ ਭਜਨ ਵੱਲੋਂ ਮਨ ਹੀ ਉਪਰਾਮ ਹੋਇਆ ਰਹਿੰਦਾ। ਉੱਠ ਵੀ ਪਵੇ ਕਿਤੇ 10-12 ਦਿਨ ਅੰਮ੍ਰਿਤ ਵੇਲੇ ਤੇ ਫਿਰ ਭਜਨ ਕਰਨ ਦੇ ਵਿੱਚ ਚੇਤੀ ਨਹੀਂ ਲੱਗਦਾ, ਮਨ ਇਹਦਾ ਫਿਰ ਉਪਰਾਮ ਹੀ ਰਹਿੰਦਾ। ਫਿਰ ਕਰਕੇ ਸਾਧਨ ਮਨ ਜਦੋਂ ਨਹੀਂ ਲੱਗਦਾ ਤੇ ਫਿਰ ਛੱਡ ਦਿੰਦਾ ਹੈ, ਫਿਰ ਨਹੀਂ ਅੰਮ੍ਰਿਤ ਵੇਲੇ ਉੱਠਦਾ, ਮਨ ਹੀ ਨਿਰਣਾ ਕਰ ਲੈਂਦਾ, ਕੁਛ ਨਹੀਂ ਮਿਲਦਾ, ਕੁਝ ਨਹੀਂ ਪ੍ਰਾਪਤ ਹੁੰਦਾ। ਐਵੇਂ ਇਹ ਤਾਂ ਗੱਲਾਂ ਹੀ ਕਹਿਣ ਵਾਲੀਆਂ ਹਨ। ਜਦੋਂ ਇਉਂ ਸਾਧਨਾ ਦੇ ਉਪਾਅ ਵੀ ਕਰਦਾ ਹੈ ਪਰ ਫਿਰ ਨਿਰਾਸ਼ ਦਾ ਨਿਰਾਸ਼ ਹੀ ਰਹਿੰਦਾ ਹੈ, ਤਾਂ ਮਨ ਦੇ ਅੰਦਰ ਫਿਰ ਸ਼ੁਭ ਇਛਾਵਾਂ ਨਾਲ ਭਾਵ ਬਣਦਾ ਰਹਿੰਦਾ ਹੈ ਕਿ ਮੈਂ ਕੀ ਕਰਾਂ, ਹੁਣ ਕਿਹੜਾ ਯਤਨ ਕਰਾਂ ਜਿਸ ਕਰਕੇ ਮੈਨੂੰ ਮੋਕਸ਼ ਪ੍ਰਾਪਤ ਹੋਵੇ, ਮਨ ਦਾ ਸੁੱਖ ਮਿਲ ਜਾਵੇ, ਵਿਸ਼ਿਆਂ ਤੋਂ ਸ਼ਾਂਤ ਹੋ ਜਾਵੇ ਮੇਰਾ ਮਨ, ਮੈਨੂੰ ਅੰਦਰ ਠੰਡ ਵਰਤ ਜਾਵੇ। ਅੰਦਰ ਚਾਹਨਾ ਤਾਂ ਜਾਗਦੀ ਹੈ ਪਿਛਲੇ ਜਨਮਾਂ ਦੇ ਸੰਸਕਾਰਾਂ ਕਰਕੇ, ਪਰ ਉਦਮੀ ਨਹੀਂ ਰਿਹਾ, ਮਨ ਕਰਕੇ ਨਹੀਂ ਉਦਮ ਕਰਦਾ, ਸਰੀਰ ਕਰਕੇ ਨਹੀਂ ਉਦਮ ਕਰਦਾ। ਜੇ ਕਰਦਾ ਹੈ ਤੇ ਨਿਸ਼ਚਾ ਨਹੀਂ ਨਾਮ ਵਿੱਚ ਟਿਕਦਾ, ਮਿਹਨਤ ਨਹੀਂ ਓਨੀ ਕਰਦਾ ਜਿਸ ਕਰਕੇ ਕਿ ਇਹਨੂੰ ਨਾਮ ਦਾ ਸੁੱਖ ਮਿਲ ਜਾਵੇ। ਫਿਰ ਜੇ ਮਿਹਨਤ ਕਰਦਾ ਵੀ ਹੈ ਤਾਂ ਹੰਕਾਰ ਦਾ ਭਾਵ ਨਹੀਂ ਗਲੋਂ ਲੱਥਦਾ ਕਿ ਮੈਂ ਜਪ ਰਿਹਾ ਹਾਂ, ਇਹ ਨਹੀਂ ਸਮਝਦਾ ਕਿ ਜਪਾਉਣ ਵਾਲਾ ਵੀ ਉਹ ਆਪ ਹੈ। ਜੇ ਕਰਕੇ ਉਹ ਆਪਣੀ ਰਹਿਮਤ ਨਾ ਕਰੇ, ਮਿਹਰ ਨਾ ਕਰੇ, ਤਾਂ ਤੂੰ ਕਿਵੇਂ ਨਾਮ ਜਪ ਸਕਦਾ ਹੈ। ਇਸ ਗੱਲ ਦੇ ਗੋਝ ਭੇਦ ਨੂੰ ਜੀਵ ਜਾਣ ਨਹੀਂ ਪਾਉਂਦਾ। ਜਦੋਂ ਗੁਰੂ ਹੀ ਨਹੀਂ ਧਾਰਨ ਕੀਤਾ ਤਾਂ ਫਿਰ ਤਾਂ ਇਸ ਮਾਰਗ ਤੇ ਚੱਲਿਆ ਹੀ ਨਹੀਂ ਨਾ ਜਾਂਦਾ। ਤੇ ਫਿਰ ਜਦੋਂ ਨਿਗੁਰਾ ਵੀ ਹੋਵੇ ਤਾਂ ਪਿਛਲੇ ਸੰਸਕਾਰਾਂ ਨਾਲ ਇਹ ਮਨ ਦੇ ਅੰਦਰ ਜਿਹੜਾ ਹੈ ਭਾਵ ਬਣਦਾ ਹੈ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਫਿਰ ਮੈਂ ਕਿਹੜਾ ਨਾਮ ਜਪਾਂ ਜਿਸ ਦੇ ਜਪਣੇ ਕਰਕੇ ਮੈਨੂੰ ਸਦਗਤੀ ਪ੍ਰਾਪਤ ਹੋ ਜਾਵੇ। ਮੈਂ ਕੰਮ ਕਿਹੜਾ ਕਰਾਂ ਜਿਹਦੇ ਕਰਨ ਨਾਲ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇ। ਐਸੀ ਕਿਹੜੀ ਵਿੱਦਿਆ ਜਿਹਨੂੰ ਮੈਂ ਪੜ੍ਹ ਲਵਾਂ ਤੇ ਫਿਰ ਮੈਨੂੰ ਗਿਆਨ ਸੰਪੂਰਨ ਹੋ ਜਾਵੇ, ਕਿਉਂਕਿ ਜੇਕਰ ਕਿ ਪੜ੍ਹਨ ਮਾਤਰ ਵਿੱਦਿਆ ਨੂੰ ਪੜ੍ਹਿਆ ਹੀ ਹੈ ਤੇ ਪੜ੍ਹ ਕਰਕੇ ਵਿੱਦਿਆ ਦੇ ਮੁਤਾਬਕ ਜਿਹੜਾ ਕਮਾਈ ਨਹੀਂ ਕੀਤੀ ਤੇ ਫਿਰ ਵੇਦ ਤੇ ਪੁਰਾਣ ਦੇ ਪੜ੍ਹਨ ਦਾ ਗੁਣ ਕੀ ਹੋਇਆ। ਵੇਦ ਪੁਰਾਣ ਪੜ੍ਹੇ ਕੋ ਇਹੋ ਗੁਣ, ਸਿਮਰੈ ਹਰਿ ਕੋ ਨਾਮਾ। ਲਾਭ ਤਾਂ ਹੀ ਹੈ ਨਾ ਕਿ ਵਾਹਿਗੁਰੂ ਦੇ ਨਾਮ ਨੂੰ ਸਿਮਰੇ, ਚੇਤੇ ਕਰੇ, ਤੇ ਇਹ ਭਾਵ ਮਨ ਦੇ ਅੰਦਰ ਬਣਦੇ ਹੈ। ਮੈਂ ਧਰਮ ਕਿਹੜਾ ਧਾਰਨ ਕਰਾਂ, ਕਿਉਂਕਿ ਨਾਨਾ ਪ੍ਰਕਾਰ ਦੇ ਧਰਮ ਵੇਖਦਾ ਹੈ। ਜਿਸ ਧਰਮ ਵਿੱਚ ਜਨਮ ਹੋਇਆ, ਮਹਾਰਾਜ ਕਹਿੰਦੇ ਭਾਈ ਉਹੀ ਤੇਰੀ ਕਲਿਆਣਕਾਰੀ ਹੈ ਤੇਰੇ ਲਈ। ਸਤਿਗੁਰੂ ਜੀ ਦਾ ਸਿੱਖੀ ਧਰਮ ਤਾਂ ਯੂਨੀਵਰਸਲ ਧਰਮ ਹੈ, ਸਭ ਲਈ ਸਾਂਝਾ ਧਰਮ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਕੋਈ ਵੀ ਇਸ ਧਰਮ ਨੂੰ ਧਾਰਨ ਕਰਕੇ, ਕਿਉਂਕਿ ਇਹ ਧਰਮ ਸਿੱਧਾ ਹੀ ਨਿਰੰਕਾਰ ਤੱਕ ਲੈ ਕੇ ਜਾਂਦਾ ਹੈ, ਤੋ ਜੀਵ ਦੇ ਅੰਦਰ ਬੜੇ ਸਾਰੇ ਪ੍ਰਸ਼ਨ ਬਣਦੇ ਹੈ। ਜਦੋਂ ਮਹਾਰਾਜ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਰਬੇਣੀ ਰੁਕੇ ਹੈ ਸਤਿਗੁਰੂ ਜੀ, ਇੱਥੇ ਸਿੱਖਾਂ ਨੇ, ਕੁਝ ਇੱਥੋਂ ਦੇ ਵਾਸੀਆਂ ਨੇ ਜਦੋਂ ਮਹਾਰਾਜ ਦੀ ਸੰਗਤ ਕੀਤੀ ਹੈ ਤੇ ਸਿੱਖਾਂ ਦੇ ਵੀ ਪ੍ਰਸ਼ਨ ਹੈ
ਤੇ ਜਿਹੜੇ ਨਿਵਾਸੀ ਲੋਕ ਆਉਂਦੇ ਹੈ ਉਹਨਾਂ ਦੇ ਵੀ ਮਨ ਦੇ ਪ੍ਰਸ਼ਨ ਹੈ, ਕਿਉਂਕਿ ਜਿਹੜਾ ਸਨਾਤਨੀ ਮਤਲਬ ਹੈ ਉਹਦੇ ਵਿੱਚ ਇਹੀ ਸ਼ੰਕਾ ਪਈ ਰਹਿੰਦੀ ਹੈ, ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਕਿਹਦੇ ਲੜ ਲੱਗਾ। ਤਾਂ ਸਤਿਗੁਰੂ ਜੀ ਨੇ ਤੇ ਆਪਣੀ ਬਾਣੀ ਵਿੱਚ ਫੈਸਲਾ ਦਿੱਤਾ ਹੈ ਕਿ ਗੁਰੂ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾਂ ਕਲਿਆਣ ਨਹੀਂ। ਪਰਮਾਰਥ ਦਾ ਰਾਹ ਕੇਵਲ ਤੇ ਕੇਵਲ ਗੁਰੂ ਸਾਹਿਬ ਹੀ ਵਿਖਾ ਸਕਦੇ ਆ, ਕੋਈ ਹੋਰ ਨਹੀਂ ਵਿਖਾ ਸਕਦਾ। ਇਸੇ ਕਰਕੇ ਮਹਾਰਾਜ ਆਪਣੀ ਬਾਣੀ ਵਿੱਚ ਵਾਕ ਕਹੇ ਹੈ, ਜੋ ਸਿੱਖਾਂ ਨੂੰ ਭੱਟਾਂ ਨੂੰ ਪ੍ਰਤੀਤ ਹੋਇਆ ਸਤਿਗੁਰੂ ਜੀ ਦੇ ਦਿੱਤੇ ਹੋਏ ਅਨੁਭਵੀ ਗਿਆਨ ਨਾਲ, ਫਿਰ ਉਹਨਾਂ ਨੇ ਇਹ ਵਾਕ ਕਹੇ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਮਹਾਰਾਜ ਜਿੰਨਾ ਚਿਰ ਆਪ ਦੀ ਸਿੱਖੀ ਨਹੀਂ ਧਾਰਨ ਕੀਤੀ, ਘੋਰ ਹਨੇਰਾ ਸੀ ਅਗਿਆਨਤਾ ਦਾ, ਕੋਈ ਸਮਝ ਨਹੀਂ ਸੀਗੀ ਕਿ ਸੰਸਾਰ ਵਿੱਚ ਕੀ ਕਰਨ ਆਏ ਆ, ਸੋਝੀ ਹੈ ਨਹੀਂ ਸੀਗੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਨਾ ਤਾਂ ਗੁਰੂ ਜੀ ਤੋਂ ਬਿਨਾਂ ਸੁਰਤ ਟਿਕ ਸਕਦੀ ਹੈ ਸ਼ਬਦ ਦੇ ਅੰਦਰ, ਕਿਉਂਕਿ ਗੁਰੂ ਸਾਹਿਬ ਹੀ ਗੁਰਮੰਤਰ ਦਿੰਦੇ ਆ ਨਾ। ਜੇਕਰ ਕਿ ਇਹੀ ਮਨ ਦੇ ਅੰਦਰ ਖਿਆਲ ਬਣਿਆ ਰਿਹਾ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਨਿਰਣਾ ਹੀ ਨਾ ਕਰ ਪਾਇਆ, ਕਿਹੜਾ ਨਾਮ ਜਪਾਂ, ਸੁਰਤ ਕਿੱਥੋਂ ਟਿਕਣੀ ਹੈ। ਗੁਰੂ ਸਾਹਿਬ ਕਿਰਪਾ ਕਰਕੇ ਭਾਵੇਂ ਕਿੰਨਿਆਂ ਨਾਮਾਂ ਨਾਲ ਵਾਹਿਗੁਰੂ ਜੀ ਨੂੰ ਮਹਾਰਾਜ ਸਾਹਿਬ ਜੀ ਸੰਬੋਧਨ ਕਰਦੇ ਹੈ, ਤੇ ਹਜੂਰ ਕਹਿੰਦੇ ਕਮਾਈ ਦਾ ਸਿਖਰ ਹੈ, ਜਿੰਨੇ ਵੀ ਨਾਮ ਨੇ ਉਹ ਪਰਮੇਸ਼ਰ ਦੇ ਹੀ ਨਾਮ ਹਨ। ਪਰ ਸਤਿਗੁਰਾਂ ਜੀ ਨੇ ਜਿਹੜਾ ਗੁਰਮੰਤਰ ਜਪਣ ਲਈ ਸਾਨੂੰ ਦਿੱਤਾ ਹੈ ਉਹ ਵਾਹਿਗੁਰੂ ਮੰਤਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਕਈਆਂ ਦਾ ਇਹ ਖਿਆਲ ਹੈ ਕਿ ਵੇਖੋ ਰਾਮ ਰਾਮ ਜਪਣ ਵਿੱਚ ਕੀ ਘਾਟਾ ਏ, ਹਰੀ ਹਰੀ ਜਪ ਲੈਣਾ ਚਾਹੀਦਾ, ਵਾਸਦੇਵ ਵਾਸਦੇਵ ਜਪ ਲੈਣਾ ਚਾਹੀਦਾ। ਗੁਰਬਾਣੀ ਵਿੱਚ ਵੀ ਤਾਂ ਇਹ ਨਾਮ ਪਰਮੇਸ਼ਰ ਦੇ ਮਹਾਰਾਜ ਆਖੇ ਹੈ, ਇਹ ਪਹਿਲਿਆਂ ਯੁੱਗਾਂ ਦੇ ਜਾਪ ਨੇ, ਸਤਿਗੁਰਾਂ ਜੀ ਨੇ ਆਖੇ। ਮਹਾਰਾਜ ਨੇ ਕਲਯੁਗ ਦੇ ਅੰਦਰ ਵਾਹਿਗੁਰੂ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਚੌਹਾਂ ਹੀ ਯੁੱਗਾਂ ਦਾ ਮੰਤਰ ਜਿਹੜਾ ਉਹਦਾ ਇਕੱਠਾ ਫਲ ਮਿਲੇ, ਵਾਹਿਗੁਰੂ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਵਾਹਿਗੁਰੂ ਮੰਤਰ ਬੀਜ ਮੰਤਰ ਹੈ, ਕਿਉਂਕਿ ਇਸ ਤੋਂ ਹੀ ਜਿਹੜੇ ਹਨ ਨਾ ਮੰਤਰ ਅੱਗੇ ਹੋਰ ਸੰਪੂਰਨ ਹੋਏ ਜਿਹੜੇ ਬਾਕੀ ਯੁੱਗਾਂ ਵਿੱਚ ਚੱਲੇ ਹੈ। ਵਾਵੇ ਤੋਂ ਵਾਸਦੇਵ ਮੰਤਰ ਜਿਹੜਾ ਸੀ ਉਹ ਪ੍ਰਚਲਿਤ ਸੀਗਾ, ਹਾਹੇ ਤੋਂ ਹਰੀ ਮੰਤਰ ਪ੍ਰਚਲਿਤ ਸੀ, ਗੱਗੇ ਤੋਂ ਗੋਬਿੰਦ ਮੰਤਰ ਪ੍ਰਚਲਿਤ ਸੀ, ਤੇ ਰਾਰੇ ਤੋਂ ਰਾਮ ਮੰਤਰ ਜਿਹੜਾ ਸੀ ਉਹ ਪ੍ਰਚਲਿਤ ਸੀ। ਵਾਹਿਗੁਰੂ ਸਾਰਿਆਂ ਮੰਤਰਾਂ ਦਾ ਬੀਜ ਮੰਤਰ ਵੈ, ਇਹ ਗੁਰੂ ਜੀ ਦੁਆਰਾ ਹੀ ਸੋਝੀ ਪੈਂਦੀ ਹੈ ਨਾ। ਤੇ ਜਦੋਂ ਗੁਰ ਮੰਤਰ ਨਹੀਂ ਜਪਿਆ, ਗੁਰੂ ਤੋਂ ਬਿਨਾਂ ਫਿਰ ਕੋਈ ਸਿੱਧ ਸ਼ਕਤੀ ਵੀ ਪ੍ਰਾਪਤ ਨਹੀਂ ਹੁੰਦੀ, ਕਿਸੇ ਪ੍ਰਕਾਰ ਕੋਈ ਸਿੱਧੀ ਨਹੀਂ ਪ੍ਰਾਪਤ ਹੁੰਦੀ, ਮਨੁੱਖ ਨੂੰ ਕਿਸੇ ਪ੍ਰਕਾਰ ਕੋਈ ਮੰਜ਼ਿਲ ਨਹੀਂ ਪ੍ਰਾਪਤ ਹੁੰਦੀ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਜੀ ਤੋਂ ਬਿਨਾਂ ਜੀਵ ਮੁਕਤੀ ਨਹੀਂ ਪਾ ਸਕਦਾ ਹੈ, ਅਧੋਗਤੀ ਨੂੰ ਜਾਂਦਾ ਹੈ। ਗੁਰੂ ਧਾਰਨ ਦੀ ਕੀ ਲੋੜ ਹੈ, ਇਹ ਤਾਂ ਜਿਹੜੇ ਪਰਮਾਰਥ ਦੇ ਰਾਹ ਤੇ ਤੁਰਨ ਦੇ ਇੱਛੁਕ ਹੈ ਉਹਨਾਂ ਨੂੰ ਪਤਾ ਲੱਗਦਾ ਹੈ। ਜਿਹੜੇ ਭਟਕਦੇ ਰਹੇ ਸੀ ਗੁਰੂ ਧਾਰਨ ਕਰਨ ਵਾਸਤੇ, ਹਜੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਪਾ ਕਰਕੇ ਉਹਨਾਂ ਨੂੰ ਗਿਆਨ ਹੋਇਆ ਸੀ, ਚਿੱਤ ਠੰਡਾ ਹੋ ਗਿਆ ਸੀ, ਤੇ ਉਹਨਾਂ ਆਖਿਆ ਸੀ ਮਹਾਰਾਜ ਅਸੀਂ ਤਾਂ ਭਟਕਦੇ ਰਹੇ, ਬਹੁਤ ਜ਼ਿਆਦਾ ਮਹਾਰਾਜ ਭਟਕੇ ਪੂਰੇ ਗੁਰੂ ਦੀ ਭਾਲ ਵਿੱਚ। ਬਰਸ ਏਕ ਹਉ ਫਿਰਿਓ ਕਿਨਹੋ ਨ ਪਰਚਉ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ ਜਦੋਂ ਗੱਲਾਂ ਸੁਣਦੇ ਸਾਂ ਤਾਂ ਫਿਰ ਤਾਂ ਉਹ ਕਹਿੰਦੇ ਸੀ ਅਸੀਂ ਖੁਦ ਬ੍ਰਹਮੀ ਆ, ਪਰ ਜਦੋਂ ਉਹਨਾਂ ਕੋਲ ਰਹਿ ਕੇ ਉਹਨਾਂ ਦੀ ਰਹਿਣੀ ਵੇਖੀ ਤਾਂ ਮਹਾਰਾਜ ਮਨ ਨਹੀਂ ਸਾਡਾ ਖੁਸ਼ ਹੋਇਆ, ਕਿਉਂਕਿ ਗੱਲਾਂ ਬਹੁਤੀਆਂ ਉੱਚੀਆਂ ਕਮਾਈ ਵਾਲੀਆਂ ਕਰਦੇ ਸੀ, ਪਰ ਜੀਵਨ ਜਿਹੜਾ ਮਹਾਰਾਜ ਜੀ ਉਹਨਾਂ ਦਾ ਕਮਾਈ ਵਾਲਾ ਨਹੀਂ ਸੀਗਾ, ਜੀਵਨ ਉਹਨਾਂ ਦਾ ਢਿੱਲਾ ਸੀਗਾ। ਆਪਣੇ ਕੁਕਰਮ ਵੀ ਕਈ ਨਾ ਕਹਿੰਦੇ ਆ ਅਹੰਗ ਬ੍ਰਹਮ ਅਸਮੀ, ਉਪਦੇਸ਼ ਤਾਂ ਇਸ ਤਰ੍ਹਾਂ ਦਾ ਦਿੰਦੇ ਆ, ਤੇ ਵਕਾਰਾਂ ਨੂੰ ਭੋਗਦੇ ਹੋਏ
ਫਿਰ ਬ੍ਰਹਮਾ ਦੀ ਸਾਖੀ ਸੁਣਾ ਦਿੰਦੇ ਆ, ਕਹਿੰਦੇ ਬ੍ਰਹਮਾ ਵੀ ਗਲਤੀ ਕੀਤੀ ਸੀ, ਅਸੀਂ ਤਾਂ ਉਸ ਤਰ੍ਹਾਂ ਜਿਹੜੀ ਹੈ ਇਹ ਉਸ ਮੁਤਾਬਕ ਚੱਲ ਰਹੇ ਆ। ਉਹ ਆਪਣੇ ਔਗਣਾਂ ਨੂੰ ਛੁਪਾਉਣ ਲਈ ਵੀ ਕਹਿੰਦੇ ਆ ਮੈਨੂੰ ਬ੍ਰਹਮ ਰੂਪ ਮੰਨੋ, ਮੈਨੂੰ ਗੁਰੂ ਰੂਪ ਮੰਨੋ, ਜੋ ਵੀ ਮੈਂ ਕਰਾਂ ਉਹ ਦੋਸ਼ ਨਹੀਂ, ਉਹਨੂੰ ਮੇਰੇ ਕੌਤਕ ਸਮਝੇ ਜਾਣ। ਇਹ ਸਤਿਗੁਰੂ ਜੀ ਨੇ ਕਿਹਾ ਭਾਈ ਜਿਹੜਾ ਆਪ ਹੀ ਵਕਾਰਾਂ ਦੇ ਚਿੱਕੜ ਵਿੱਚ ਲਿਬੜਿਆ ਪਿਆ ਹੈ ਉਹ ਕਿਵੇਂ ਰਹਿਨੁਮਾਈ ਕਰ ਸਕਦਾ ਕਿਸੇ ਦੀ। ਪਰ ਹੈਨ ਐਸੇ ਹੀ ਪੜ੍ਹਾਉਂਦੇ ਵਿਦਾਂਤ ਹੈ, ਦੱਸਦੇ ਜਿਹੜੇ ਰੱਬ ਨੂੰ ਮਿਲਣ ਦਾ ਰਾਹ ਹੈ। ਆਪ ਬਿਰਤੀ ਵਕਾਰਾਂ ਵਿੱਚ ਖੱਚਤ ਹੋਈ ਪਈ ਹੈ ਤੇ ਬਹੁਤ ਸਾਰੇ ਜੀਆਂ ਨੂੰ ਵਿਗਾੜ ਕੇ ਅਧੋਗਤੀ ਨੂੰ ਪਹੁੰਚਾਉਂਦੇ। ਐਸੇ ਆਪਣੇ ਜਿਹੜਾ ਗੁਰੂ ਬਣਨ ਦਾ ਦਾਅਵਾ ਕਰਦੇ ਆ, ਸਿੱਖ ਪੰਥ ਦੇ ਅੰਦਰ ਘੁਸਪੈਠ ਕਰਨ ਦਾ ਯਤਨ ਕਰਦੇ ਆ, ਪਰ ਭੋਲੀਆਂ ਨੇ ਸੰਗਤਾਂ ਦੇਰ ਬਾਅਦ ਇਹੋ ਜਿਹੇ ਬਹਿਰੂਪੀਆਂ ਦਾ ਪਤਾ ਲੱਗਦਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਤੋਂ ਬਿਨਾ ਜੇ ਅਧੂਰੇ ਦੇ ਕਿਤੇ ਟੇਟੇ ਚੜ੍ਹ ਗਏ ਤਾਂ ਫਿਰ ਇਹ ਕੀਤੇ ਹੋਏ ਉਪਾਅ ਜਿੰਨੇ ਵੀ ਹੈ ਨਾ ਉਹਨ ਸਹੀ ਉਪਾਅ ਤਾਂ ਦੱਸਣਾ ਨਹੀਂ, ਕਿਉਂਕਿ ਜਿਹੜਾ ਅਧੂਰਾ ਹੈ ਉਹਨੂੰ ਇਹ ਚੇਸ਼ਟਾ ਹੈ ਕਿ ਮੇਰੀ ਪੂਜਾ ਵਿੱਚ ਹੀ ਫਸਿਆ ਰਹੇ, ਮੈਨੂੰ ਹੀ ਧਨ ਪਦਾਰਥ ਚੜਾਉਂਦਾ ਰਹੇ, ਮੇਰੇ ਵਿੱਚ ਹੀ ਪੂਰਨ ਬ੍ਰਹਮ ਦੀ ਸ਼ਰਧਾ ਰੱਖੇ, ਤੇ ਉਹਨੂੰ ਇੰਨਾ ਪਰਦਾ ਪਾ ਛੱਡਦੇ ਆ ਉਹ ਪਖੰਡੀ ਕਿ ਕੁਝ ਵੀ ਉਹਨੂੰ ਸੁੱਝਣ ਹੀ ਨਹੀਂ ਦਿੰਦੇ। ਇਹੋ ਜਿਹੀਆਂ ਭੈੜੀਆਂ ਕਹਾਣੀਆਂ ਸੁਣਾ ਕੇ ਦੇਵੀ ਦੇਵਤਿਆਂ ਦੀਆਂ ਅਸ਼ਲੀਲ ਗੱਲਾਂ ਉਹ ਸਮਝਾਉਣ ਵਾਸਤੇ ਮਹਾਰਾਜ ਨੇ ਆਗਿਆ ਕੀਤੀ ਕਿ ਭਾਈ ਵੇਖੋ ਜੇ ਨਾਮ ਨਾ ਜਪਿਆ ਤਾਂ ਕਿਸੇ ਵੀ ਪਦਵੀ ਤੋਂ ਗਿਰ ਸਕਦਾ ਹੈ। ਵਕਾਰ ਐਡੇ ਪ੍ਰਬਲ ਹੈ, ਜੇ ਇਹਨਾਂ ਦੇਵੀ ਦੇਵਤਿਆਂ ਨੂੰ ਭਰਮਾ ਸਕਦੇ ਆ ਤੇ ਜੀਵ ਤੂੰ ਕਿਹਦਾ ਵਿਚਾਰੈ। ਜੇ ਗੁਰੂ ਧਾਰਨ ਕਰਕੇ ਨਾਮ ਦੀ ਕਮਾਈ ਕਰੇ ਤਾਂ ਹੀ ਇਹਨਾਂ ਤੋਂ ਬਚ ਸਕਦਾ। ਵੱਡੇ ਵੱਡੇ ਨਹੀਂ ਬਚੇ। ਸਤਿਗੁਰੂ ਜੀ ਤਾਂ ਇਹ ਸਮਝਾਉਂਦੇ ਆ ਤੇ ਵੇਖੋ ਇਹ ਜਿਹੜਾ ਅਧੂਰੇ ਹੈ ਉਹ ਆਪਣੀ ਜਿਹੜੀ ਹੈ ਵਕਾਰਾਂ ਦੀ ਇੱਛਾ ਤੇ ਪਰਦਾ ਪਾਉਣ ਵਾਸਤੇ ਉਹਨਾਂ ਸਾਖੀਆਂ ਨੂੰ ਹੋਰ ਢੰਗ ਨਾਲ ਕਹਾਣੀਆਂ ਨੂੰ ਕਹਿ ਕੇ ਤੇ ਆਪਣੇ ਆਪ ਨੂੰ ਫਿਰ ਬ੍ਰਹਮ ਰੂਪ ਕਲਪਿਤ ਕਰਦੇ ਆ। ਇਉਂ ਮਹਾਰਾਜ ਕਹਿੰਦੇ ਜੇ ਤਾਂ ਇਹੋ ਜਿਹੇ ਦੇ ਕਿਸੇ ਦੇ ਟੇਟੇ ਚੜ੍ਹ ਗਏ ਫਿਰ ਕੀ ਉਪਾਅ ਪਤਾ ਲੱਗਣਾ ਹੈ, ਫਿਰ ਨਹੀਂ ਉਪਾਅ ਪਤਾ ਲੱਗਣਾ। ਜਿਹੜੇ ਉਪਾਅ ਉਹਨੂੰ ਦੱਸਣੇ ਵੀ ਹੈ ਉਹ ਤਾਂ ਸਾਰੀਆਂ ਫਸਾਉਣ ਦੀਆਂ ਵਿਧੀਆਂ ਦੱਸਣੀਆਂ ਨੇ, ਛੁੱਟਣ ਦੀ ਵਿਧੀ ਕੋਈ ਨਹੀਂ ਉਹਨੂੰ ਦੱਸਣੀ। ਜਿਹੜੇ ਜੀਵ ਦੇ ਮਨ ਦੇ ਅੰਦਰ ਪ੍ਰਸ਼ਨ ਜਾਗਦੇ ਹੈ ਕਿ ਮੈਂ ਕਿਵੇਂ ਮੁਕਤ ਹੋ ਸਕਦਾ ਹਾਂ, ਫਿਰ ਮੈਂ ਕਰਮ ਕੀ ਕਰਾਂ, ਕਿਹੜਾ ਧਰਮ ਕਮਾਵਾਂ, ਕਿਹੜੀ ਮੈਂ ਵਿੱਦਿਆ ਪੜ੍ਹਾਂ ਜਿਸ ਕਰਕੇ ਕਿ ਮੇਰਾ ਹਿਰਦਾ ਸ਼ਾਂਤ ਹੋ ਜਾਵੇ, ਮੈਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਇਹਦੀ ਸਫਲਤਾ ਹੋ ਜਾਵੇ। ਭੱਟਾਂ ਨੇ ਗੁਰੂ ਜੀ ਦਾ ਦਰਸ਼ਨ ਵੇਖ ਕੇ ਹੀ ਨਿਹਾਲ ਹੋ ਗਏ ਸੀ ਤੇ ਇਹ ਬਚਨ ਕਹੇ ਸੀਗੇ, ਸੱਚੇ ਪਾਤਸ਼ਾਹ ਮਹਾਰਾਜ ਅਸੀਂ ਇੰਨਾ ਭਟਕੇ ਸਾਨੂੰ ਕਿਤੋਂ ਸ਼ਾਂਤੀ ਨਹੀਂ ਮਿਲੀ, ਆਪ ਦਾ ਦਰਸ਼ਨ ਵੇਖ ਕੇ ਮਨ ਠੰਡਾ ਹੋ ਗਿਆ। ਮਹਾਰਾਜ ਇਉਂ ਸੱਚੇ ਪਾਤਸ਼ਾਹ ਆਪ ਜੀ ਸਾਨੂੰ ਕਿਰਪਾ ਕਰਕੇ ਆਗਿਆ ਕਰਕੇ ਕਰਮ ਦੱਸੋ। ਮਹਾਰਾਜ ਨੇ ਸਭ ਤੋਂ ਪਹਿਲਾਂ ਕਰਮ ਦੱਸਿਆ ਸੀ ਕਿ ਭੱਟ ਜਨੋ ਗੁਰੂ ਨਾਨਕ ਸਾਹਿਬ ਦੀ ਸਿਫਤ ਕਰੋ, ਵਡਿਆਈ ਗਾਓ। ਤੇ ਫਿਰ ਸਤਿਗੁਰਾਂ ਜੀ ਦੀ ਵਡਿਆਈ ਜਦੋਂ ਗਾਈ ਸੀ ਤੇ ਭੱਟਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਸਰਾਪ ਮੁਕਤ ਹੋਏ ਤੇ ਗਿਆਨ ਅਰੂੜ ਹੋ ਕੇ ਨਿਹਾਲ ਹੋਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਇਉਂ ਮਹਾਰਾਜ ਜੀ ਨੇ ਕਿਹਾ ਕਿ ਭਾਈ ਗੁਰੂ ਤੋਂ ਬਿਨਾ ਕਲਿਆਣ ਨਹੀਂ ਹੈ। ਇਹ ਭੱਟਾਂ ਨੇ ਫਿਰ ਆਪਣੀ ਰਸਨਾ ਤੋਂ ਵਾਕ ਕਹੇ ਹੈ ਕਿ ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਫਿਰ ਕੀ ਕਰੀਏ, ਗੁਰ ਕਰ ਸੱਚ ਵਿਚਾਰ, ਗੁਰੂ ਧਾਰਨ ਕਰ ਪਹਿਲਾਂ, ਫਿਰ ਸੱਚ ਨਾਮ ਦੀ ਵਿਚਾਰ ਕਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਫਿਰ ਹੈ ਮੇਰੇ ਮਨਾ ਤੂੰ ਗੁਰੂ ਗੁਰੂ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟਹਿ ਸਭ ਤੇਰੇ। ਗੁਰੂ ਸਾਹਿਬ ਜੀ ਦਾ ਸ਼ਬਦ ਜਦੋਂ ਗੁਰੂ ਧਾਰਨ ਕਰਕੇ ਤੂੰ ਜਪੇਂਗਾ ਨਾ, ਸੱਚੇ ਪਾਤਸ਼ਾਹ ਮਹਾਰਾਜ ਤੈਨੂੰ ਸੰਪੂਰਨ ਕਰ ਦੇਣਗੇ, ਤੈਨੂੰ ਨਿਹਾਲ ਕਰ ਦੇਣਗੇ।
ਤੇਰੇ ਸਾਰੇ ਅਗ ਪਾਪ ਜਿਹੜੇ ਉਹ ਕੱਟੇ ਜਾਣਗੇ। ਗੁਰ ਕਰ ਸ਼ਬਦ ਸੁਨ ਅਗਨ ਕੱਟਹਿ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ। ਅੱਖਾਂ ਕਰਕੇ ਵੀ ਨੇਤਰਾਂ ਕਰਕੇ ਵੀ ਗੁਰੂ ਗੁਰੂ ਜਪਿਆ ਕਰ, ਕਿਉਂਕਿ ਮਹਾਰਾਜ ਦਾ ਦਰਸ਼ਨ ਕਰਨਾ ਹੀ ਮਹਾਰਾਜ ਦਾ ਨਾਮ ਜਪਣਾ ਹੈ। ਰਸਨਾ ਤੇ ਵੀ ਨਾਮ ਜਪਿਆ ਕਰ। ਗੁਰ ਨੈਣ ਬੈਣ ਗੁਰ ਗੁਰ ਕਰੋ, ਵਾਹਿਗੁਰੂ ਵਾਹਿਗੁਰੂ ਆਖਿਆ ਕਰ ਮਨ ਬਾਣੀ ਸਰੀਰ ਕਰਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਦੋਂ ਤੂੰ ਸ਼ਰਧਾ ਨਾਲ ਮਨ ਦੇ ਅੰਦਰ ਪਿਆਰ ਕਰੇਂਗਾ, ਗੁਰੂ ਧਾਰਨ ਕਰ ਲਏਗਾ, ਤੇ ਫਿਰ ਇਹ ਕਲਾ ਵਰਤੇਗੀ ਕਿ ਤੇਰੇ ਸਾਰੇ ਪਾਪ ਕੱਟੇ ਜਾਣਗੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਹਿ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਸੰਸਾਰ ਦੇ ਅੰਦਰ ਉਹ ਵਿਅਰਥ ਹੈ ਜਿਨ ਗੁਰੂ ਨਹੀਂ ਧਾਰਨ ਕੀਤਾ, ਜਿਨੇ ਸੱਚੇ ਪਾਤਸ਼ਾਹ ਦੀ ਸਿੱਖਿਆ ਨਹੀਂ ਕਮਾਈ। ਗੁਰੂ ਧਾਰਨ ਕਰਨਾ ਤੇ ਫਿਰ ਕਿਸੇ ਕਵੀ ਨੇ ਇਹ ਕਵਿਤਾ ਦੇ ਬੋਲ ਕਹੇ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਸ਼੍ਰੀ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਰਗਾ ਸਮਰੱਥ ਗੁਰੂ ਇਹ ਕਲਯੁਗ ਦੇ ਸਮੇਂ ਦੇ ਅੰਦਰ ਜਿਹੜਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਿਆਰ ਉਹ ਐਸਾ ਹੈ, ਮਹਾਰਾਜ ਦਾ ਪਵਿੱਤਰ ਸਰੂਪ ਕਿ ਤਪਦਿਆਂ ਨੂੰ ਠਾਰ ਦੇਵੇ। ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ। ਐਸੇ ਸਤਿਗੁਰੂ ਜੋ ਅੰਮ੍ਰਿਤ ਦੇ ਸੋਮੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। 10 ਪਾਤਸ਼ਾਹੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਅੰਮ੍ਰਿਤ ਦੇ ਸੋਮੇ ਨੇ, ਅੰਮ੍ਰਿਤ ਨਾਮ ਦੇ ਸੋਮੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਨਾ ਤਾਂ ਮਹਾਰਾਜ ਨੇ ਪੰਜਾਂ ਦੀ ਵਿਧੀ ਵਿਧਾਨ ਬਣਾ ਕਰਕੇ ਸਤਿਗੁਰਾਂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਇਉਂ ਮਹਾਰਾਜ ਕਹਿੰਦੇ ਅੰਮ੍ਰਿਤ ਦਾ ਸੋਮਾ ਹੋਵੇ ਇਹ ਕਵੀ ਦੇ ਕਹੇ ਹੋਏ ਬੋਲ ਨੇ, ਤਪਦਿਆਂ ਨੂੰ ਠਾਰ ਦੇਵੇ। ਜਿਨ੍ਹਾਂ ਦੇ ਮਨ ਅੰਦਰ ਵਿਕਾਰਾਂ ਦੀ ਅੱਗ ਬਲਦੀ ਹੈ, ਉਹਨਾਂ ਤਪਦਿਆਂ ਹੋਇਆਂ ਨੂੰ ਠਾਰ ਦੇਵੇ। ਉਹਦਾ ਦਰਸ਼ਨ ਹੀ ਐਡਾ ਜਿਹੜਾ ਹੈ ਉਹ ਸਹਿਤ ਸੁਖ ਦੇ ਹੋਵੇ, ਸਹਿਤ ਗਿਆਨ ਦੇ ਹੋਵੇ ਕਿ ਤਪਦੇ ਜੀਆਂ ਦੇ ਹਿਰਦੇ ਠਰ ਜਾਣ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਵੇਖ ਕੇ ਸ਼ਾਇਦ ਖਾਂ ਵਰਗਿਆਂ ਦੇ ਹੱਥ ਵਿੱਚੋਂ ਲਹੂ ਲਿਬੜੀਆਂ ਤਲਵਾਰਾਂ ਡਿੱਗ ਗਈਆਂ ਸੀਗੀਆਂ। ਮਹਾਰਾਜ ਦੇ ਮਰੀਦ ਹੋ ਗਏ ਸੀ ਜਿਹੜੇ ਸਤਿਗੁਰੂ ਨੂੰ ਮਾਰਨ ਵਾਸਤੇ ਆਏ ਸੀਗੇ। ਇਹੋ ਜਿਹਾ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਜਿਵੇਂ ਭਾਈ ਜੋਗਾ ਸਿੰਘ ਜੀ ਨੂੰ ਪਾਪ ਦੀ ਅੱਗ ਵਿੱਚੋਂ ਖਿੱਚ ਕੇ ਕੱਢ ਲਿਆ ਸੀ ਮਹਾਰਾਜ ਨੇ, ਵੇਸਵਾ ਦੇ ਦੁਆਰੇ ਨਹੀਂ ਸੀ ਚੜਨ ਦਿੱਤਾ। ਜੇ ਇਹੀ ਸ਼ਬਦ ਕਹੇ ਆ ਨਾ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਇਹੋ ਜਿਹਾ ਸਮਰੱਥ ਸੂਰਬੀਰ ਗੁਰੂ ਹੋਵੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਉਹ ਫਿਰ ਭਾਈ ਕਦੇ ਨਰਕਾਂ ਵਿੱਚ ਨਹੀਂ ਪੈ ਸਕਦਾ, ਉਹਨੂੰ ਮੋਕਸ਼ ਦੀ ਦਾਤ ਪ੍ਰਾਪਤ ਹੁੰਦੀ ਹੈ। ਸਿੱਖਾਂ ਦੇ ਮਨ ਦੇ ਪ੍ਰਸ਼ਨ ਨੇ, ਜਿਹੜੇ ਸਥਾਨਕ ਨਿਵਾਸੀ ਮਹਾਰਾਜ ਦਾ ਦਰਸ਼ਨ ਵੇਖ ਕੇ ਸੰਗਤ ਕਰਕੇ ਉਹਨਾਂ ਦੇ ਮਨ ਜਾਗੇ ਹਨ, ਉਹ ਸਤਿਗੁਰੂ ਜੀ ਕੋਲ ਜਿਵੇਂ ਪ੍ਰਸ਼ਨ ਕਰਦੇ ਐ, ਮਹਾਰਾਜ ਆਪਣੀ ਬਾਣੀ ਵਿੱਚ ਹੀ ਉਹਨਾਂ ਦੀ ਜਗਿਆਸਾ ਦੇ ਪ੍ਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ। ਇਹ ਜਾਣੋ ਸਾਡੇ ਮਨ ਦੀ ਹੀ ਹਾਲਤ ਜਿਹੜੀ ਹੈ, ਜੋ ਅਸੀਂ ਸਤਿਗੁਰੂ ਜੀ ਤੋਂ ਪੁੱਛਣਾ ਚਾਹੁੰਦੇ ਆ, ਉਹ ਮਹਾਰਾਜ ਬਾਣੀ ਵਿੱਚ ਹੀ ਸਾਨੂੰ ਸਾਡੇ ਪ੍ਰਸ਼ਨ ਜਿਹੜੇ ਮਨ ਦੇ, ਕਿਉਂਕਿ ਦਿਲ ਦੀਆਂ ਗਹਿਰਾਈਆਂ ਦੇ ਜਿਹੜੇ ਪ੍ਰਸ਼ਨ ਹੈ ਉਹਨੂੰ ਜਗਿਆਸਾ ਭਾਵ ਵਿੱਚ ਪ੍ਰਗਟ ਵੀ ਨਹੀਂ ਕਰਨਾ ਆਉਂਦਾ। ਜਿਹੜਾ ਉਹ ਕੀ ਹੈ ਸਾਡੇ ਮਨ ਦੀ ਭੁੱਖ, ਇਹ ਵੀ ਨਹੀਂ ਅਗਿਆਤ ਪਤਾ ਲੱਗਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ, ਜਦੋਂ ਚੰਗੇ ਸੰਸਕਾਰ ਪਿਛਲੇ ਜਨਮ ਦੇ ਉਗੜਦੇ ਐ, ਉਦੋਂ ਜੀਵ ਨੂੰ ਇਹ ਚਾਹ ਪੈਦਾ ਹੁੰਦਾ, ਮਨ ਦੇ ਅੰਦਰ ਭਾਵ ਪੈਦਾ ਹੁੰਦਾ। ਕੀ ਭਾਵ ਪੈਦਾ ਹੁੰਦਾ? ਹਜੂਰ ਫਰਮਾਉਂਦੇ ਹਨ, ਪ੍ਰਾਨੀ ਕੌਣ ਉਪਾਉ ਕਰੈ। ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਆ ਸਿੱਖ ਮਹਾਰਾਜ ਗਰੀਬ ਨਵਾਜ ਜੀ, ਜਿਹੜਾ ਇਹ ਪ੍ਰਾਣਾਧਾਰੀ ਜੀਵ ਹੈ, ਮਹਾਰਾਜ ਇਹ ਕਿਹੜਾ ਉਪਾਅ ਕਰੇ, ਕਿਹੜਾ ਯਤਨ ਮਹਾਰਾਜ ਕਰਨਾ ਕਰੇ। ਜਾਤੇ ਭਗਤ ਰਾਮ ਕੀ ਪਾਵੈ। ਜਿਸ ਯਤਨ ਕਰਕੇ ਮਹਾਰਾਜ ਰਮੇ ਹੋਏ ਰਾਮ ਦੀ ਵਾਹਿਗੁਰੂ ਦੀ ਭਗਤੀ ਦੀ ਦਾਤ ਜਿਹੜੀ ਹੈ ਨਾ ਪ੍ਰਾਪਤ ਹੋ ਜਾਵੇ। ਜਾਤੇ ਭਗਤ ਰਾਮ ਕੀ ਪਾਵੈ।
ਜਿਹੜੇ ਉਪਾਅ ਕਰਕੇ, ਜਿਹੜੇ ਯਤਨ ਕਰਕੇ ਮਹਾਰਾਜ ਭਾਵ ਭਗਤੀ ਦੀ ਦਾਤ ਪ੍ਰਾਪਤ ਹੋ ਜਾਵੇ। ਕਿਉਂਕਿ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚਾ ਸਭ ਕੋਏ। ਕਿਉਂਕਿ ਆਪਣੇ ਜ਼ੋਰ ਨਾਲ ਪਿਆਰ ਨਹੀਂ ਲੱਗਦਾ। ਮਹਾਰਾਜ ਨੇ ਕਿਹਾ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਪਿਆਰ ਦਾ ਪਿਆਲਾ ਤਾਂ ਭਾਈ ਵਾਹਿਗੁਰੂ ਦੀ ਦਾਤ ਹੈ, ਜਿਹਨੂੰ ਮੇਰਾ ਵਾਹਿਗੁਰੂ ਦੇਵੇ ਉਹਨੂੰ ਹੀ ਪ੍ਰਾਪਤ ਹੁੰਦੀ ਹੈ। ਜਦੋਂ ਮਨ ਦੇ ਅੰਦਰ ਜਗਿਆਸਾ ਜਾਗਦੀ ਹੈ ਉਦੋਂ ਇਹ ਭਾਵ ਹੁੰਦਾ ਮੈਂ ਕਿਹੜਾ ਕੰਮ ਕਰਾਂ ਜਿਸ ਕਰਕੇ, ਜਿਸ ਉਪਾਅ ਕਰਕੇ, ਜਿਸ ਯਤਨ ਕਰਕੇ ਮੈਨੂੰ ਵਾਹਿਗੁਰੂ ਦੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਵੇ, ਨਾਮ ਵਿੱਚ ਮੇਰੀ ਪ੍ਰੀਤ ਲੱਗ ਜਾਵੇ। ਆਪਣੇ ਆਪ ਹੀ ਮੇਰੇ ਅੰਦਰ ਨਾਮ ਜਿਹੜਾ ਇੱਕ ਰਸ ਚੱਲ ਪਵੇ, ਰਸਨਾ ਜਪਣ ਲੱਗ ਜਾਵੇ, ਇਉਂ ਮੈਨੂੰ ਇਹ ਨਾਮ ਦੀ ਦਾਤ ਮਿਲ ਜਾਵੇ। ਇਹ ਕਿਹੜਾ ਉਪਾਅ ਜਿਹੜਾ ਉਹ ਮੈਂ ਕਰਾਂ। ਸਿੱਖ ਕਹਿੰਦੇ ਆ ਮਹਾਰਾਜ ਜੀਵ ਕਿਹੜਾ ਪ੍ਰਾਣਾ ਧਾਰੀ ਉਪਾਅ ਕਰਨਾ ਕਰੇ। ਜਦੋਂ ਸੰਗਤ ਕਰੀਏ ਤੇ ਇਸ ਉਪਾਅ ਨੂੰ ਖੋਜਣ ਲਈ ਜਗਿਆਸਾ ਅੰਦਰ ਪ੍ਰਾਪਤ ਹੁੰਦੀ ਹੈ। ਭਾਵ ਜਾਗਦਾ ਕਿ ਮਹਾਰਾਜ ਮੈਂ ਕਿਹੜਾ ਉਪਾਅ ਕਰਾਂ। ਕਿਉਂਕਿ ਜਿਹੜੇ ਉਪਾਅ ਕਰ ਕਰਕੇ ਥੱਕ ਜਾਂਦੇ ਆ ਉਹਨਾਂ ਦੇ ਅੰਦਰ ਫਿਰ ਇਹ ਆਸਾ ਜਾਗਦੀ ਹੈ ਉਪਾਅ ਤਾਂ ਕਰਦੇ ਆ ਪਰ ਸ਼ਾਇਦ ਸਹੀ ਉਪਾਅ ਨਹੀਂ ਕਰ ਰਹੇ। ਪੂਰੇ ਗੁਰੂ ਜੀ ਤੋਂ ਪੁੱਛਣਾ ਚਾਹੀਦਾ ਨਾ, ਕਿਉਂਕਿ ਫਰਕ ਤਾਂ ਕਿਤੇ ਵਾਹਿਗੁਰੂ ਵਿੱਚ ਨਹੀਂ ਹੈ, ਫਰਕ ਤਾਂ ਸਾਡੇ ਉਪਾਅ ਕਰਨ ਵਿੱਚ ਹੈ। ਕਿਤੇ ਨਾ ਕਿਤੇ ਸਾਡੇ ਮਨ ਦੇ ਅੰਦਰ ਹੀ ਫਰਕ ਵੈ। ਪੂਰੇ ਗੁਰੂ ਜੀ ਦੇ ਬਖਸ਼ਿਸ਼ ਕਰਨ ਵਿੱਚ ਵੀ ਕੋਈ ਫਰਕ ਨਹੀਂ। ਅੰਤਰ ਹੈ ਤਾਂ ਜੀਵ ਦੇ ਆਪਣੇ ਹਿਰਦੇ ਵਿੱਚ ਅੰਤਰ ਪਿਆ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ ਸਿੱਖ ਮਹਾਰਾਜ, ਇਹ ਪ੍ਰਾਣਾ ਧਾਰੀ ਜੀਵ ਕਿਹੜਾ ਉਪਾਅ ਕਰੇ। ਮਹਾਰਾਜ ਅਸੀਂ ਕਿਹੜਾ ਯਤਨ ਕਰਨਾ ਕਰੀਏ ਜਾ ਤੇ ਭਗਤ ਰਾਮ ਕੀ ਪਾਵੈ, ਜਿਸ ਕਰਕੇ ਕਿ ਵਾਹਿਗੁਰੂ ਦੀ ਪ੍ਰੇਮਾ ਭਗਤੀ ਦਾ ਪ੍ਰਸਾਦ ਅਸੀਂ ਪਾ ਲਈਏ। ਜਮ ਕੋ ਤਰਾਸ ਹਰੈ। ਫਿਰ ਮਹਾਰਾਜ ਜਮਾਂ ਦਾ ਡਰ ਬੜਾ ਅੰਦਰ ਵਸਿਆ ਰਹਿੰਦਾ, ਮੌਤ ਦਾ। ਇਹ ਤਰਾਸ ਜਿਹੜਾ ਡਰ ਵੈ ਇਹ ਵੀ ਹਰੈ, ਨਾਸ਼ ਹੋ ਜਾਵੇ। ਇਹ ਕਿਰਪਾ ਕਰਕੇ ਐਸਾ ਉਪਾਅ ਦੱਸੋ, ਕਿਉਂਕਿ ਬੜੇ ਬੜੇ ਕਈ ਸਿਆਣੇ ਹੁੰਦੇ ਆ ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਜਮ ਦਾ ਡਰ ਤਾਂ ਉਹਨਾਂ ਦੇ ਅੰਦਰ ਵੀ ਲੱਗਦਾ ਹੀ ਰਹਿੰਦਾ ਹੈ। ਜਿਹੜਾ ਜਮ ਦਾ ਤਰਾਸ ਹੈ ਨਾ, ਡਰ, ਇਹ ਤਾਂ ਬੜੇ ਬੜੇ ਬਲੀਆਂ ਦੇ ਸੰਗ ਸੁਕਾ ਦਿੰਦਾ ਹੈ। ਜੀਵ ਨੂੰ ਮੌਤ ਦਾ ਭੈ ਤੰਗ ਕਰਦਾ ਰਹਿੰਦਾ ਹੈ। ਮਹਾਰਾਜ ਮੈਂ ਕਿਹੜਾ ਉਪਾਅ ਕਰਾਂ ਜਿਸ ਕਰਕੇ ਕਿ ਮੇਰੇ ਅੰਦਰੋਂ ਮੌਤ ਦਾ ਖੌਫ ਨਾਸ਼ ਹੋ ਜਾਵੇ। ਜਿਹੜਾ ਮਰਨ ਦਾ ਡਰ ਹਰ ਵੇਲੇ ਮੈਨੂੰ ਚਿੰਤਾ ਦੇ ਸਹਿਤ ਜਾਲਦਾ ਰਹਿੰਦਾ ਹੈ, ਮੇਰਾ ਮਨ ਭੈ ਦੇ ਸਹਿਤ ਸੰਯੁਕਤ ਰਹਿੰਦਾ ਹਰ ਵੇਲੇ। ਮਹਾਰਾਜ ਮੈਨੂੰ ਕਿਰਪਾ ਕਰਕੇ ਉਹ ਉਪਾਅ ਦੱਸੋ, ਕਿਉਂਕਿ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ। ਇਸ ਚਿੰਤਾ ਵਿੱਚ ਮੇਰਾ ਤਨ ਜਲਦਾ ਰਹਿੰਦਾ ਹੈ। ਮਰਨ ਦਾ ਡਰ ਨਹੀਂ ਸੱਚੇ ਪਾਤਸ਼ਾਹ ਗਲੋਂ ਲੱਥਦਾ। ਗੱਲਾਂ ਤਾਂ ਬਹੁਤ ਜ਼ਿਆਦੀਆਂ ਮੈਂ ਕਰ ਲੈਣਾ, ਪਰ ਜਦੋਂ ਮੌਤ ਦਾ ਸਾਹਮਣਾ ਹੁੰਦਾ ਉਦੋਂ ਘਬਰਾ ਜਾਂਦਾ, ਡਰ ਜਾਂਦਾ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮੈਨੂੰ ਕੋਈ ਐਸਾ ਉਪਾਅ ਹੀ ਦੱਸ ਦਿਓ, ਕਿਉਂਕਿ ਜਿਹੜਾ ਹੈ ਪੂਰੇ ਗੁਰੂ ਜੀ ਤੋਂ ਬਿਨਾਂ ਕੌਣ ਉਪਾਅ ਦੱਸ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਸਾਹਮਣੇ ਮੌਤ ਦਾ ਕਿਹੋ ਜਿਹਾ ਭਿਆਨਕ ਨਾਚ ਨਰੰਗੇ ਨੇ ਜਿਹੜਾ ਸੀ ਉਹ ਨਚਾਇਆ ਸੀਗਾ। ਸਤਿਗੁਰੂ ਗਰੀਬ ਨਵਾਜ ਮਹਾਰਾਜ ਉਸ ਪਿੰਜਰੇ ਦੇ ਅੰਦਰ ਸਤਿਗੁਰੂ ਜੀ ਜਿਹੜੇ ਪਿੰਜਰੇ ਨੂੰ ਤਿੱਖੇ ਤਿੱਖੇ ਕਿਲਵੈ ਜ਼ਹਿਰ ਦੀ ਪੁੱਠ ਦਿੱਤੀ ਹੋਈ ਹੈ ਤੇ ਸਤਿਗੁਰੂ ਜੀ ਦੇ ਸਾਹਮਣੇ ਦੀਵਾਨ ਮਤੀ ਦਾਸ ਜੀ ਦੇ ਸੀਸ ਤੇ ਆਰਾ ਫਿਰਿਆ। ਭਾਈ ਦਇਆਲਾ ਜੀ ਨੂੰ ਦੇਗ ਵਿੱਚ ਉਬਾਲਿਆ, ਭਾਈ ਸਤੀ ਦਾਸ ਜੀ ਨੂੰ ਰੂਹ ਲਪੇਟ ਕੇ ਸਾੜ ਦਿੱਤਾ। ਕਿਹੋ ਜੀ ਸਿੱਖਾਂ ਨੂੰ ਜਿਹੜੀ ਹੈ ਸ਼ਹਾਦਤ ਉਹ ਜਿਹੜੀ ਹੈ ਪ੍ਰਾਪਤ ਹੋਈ ਹੈ, ਕਿਹੋ ਜਿਹਾ ਉਹਨੇ ਦਰਦਨਾਕ ਜਿਹੜਾ ਹੈ ਉਹ ਸਤਿਗੁਰਾਂ ਦੇ ਸਾਹਮਣੇ ਸਾਰਾ ਕੁਝ ਇਹ ਕਰਤੱਵ ਕੀਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਰੰਗਾ ਖੌਫ ਹੀ ਦੇਣਾ ਚਾਹੁੰਦਾ ਸੀ ਨਾ, ਡਰ ਹੀ ਦੇਣਾ ਚਾਹੁੰਦਾ ਸੀ ਕਿ ਡਰ ਜਾਣ। ਪਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਹੀ ਸਭ ਨੂੰ ਭੈ ਤੋਂ ਰਹਿਤ ਕਰ ਦਿੰਦੇ ਐ,
ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਉਪਾਅ ਪੁੱਛ ਰਹੇ ਆ। ਐਸੇ ਦੀਨ ਦਿਆਲ ਸਤਿਗੁਰੂ ਜੀ ਤੋਂ ਯਤਨ ਪੁੱਛ ਰਹੇ ਆ ਸਿੱਖ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਹੀ ਮੌਤ ਨੂੰ ਵੀ ਭੈ ਪੈ ਜਾਂਦਾ ਹੈ। ਐਸੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ੍ਰੀ ਮੁਖ ਤੋਂ ਉਪਾਅ ਦੱਸਣਗੇ ਇਸੇ ਹੀ ਸ਼ਬਦ ਦੇ ਅੰਦਰ। ਪਹਿਲੇ ਸ਼ਬਦ ਦੇ ਬੰਦ ਦੇ ਅੰਦਰ ਪ੍ਰਸ਼ਨ ਹੋਇਆ ਸਿੱਖਾਂ ਦੇ, ਦੂਸਰੇ ਬੰਦ ਦੇ ਅੰਦਰ ਉੱਤਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲੋਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸਾਨੂੰ ਤਾਂ ਮਰਨ ਦਾ ਬੜਾ ਭੈ ਆਉਂਦਾ ਹੈ। ਦੀਵਾਨ ਮਤੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਮਰਨ ਤੋਂ ਡਰੇ ਨਹੀਂ, ਕਿਉਂਕਿ ਮਹਾਰਾਜ ਨੇ ਉਪਾਅ ਦੱਸਿਆ ਸੀ ਨਾ ਮਤੀ ਦਾਸ ਜੀ ਨੂੰ, ਨਾਮ ਵਿੱਚ ਜੁੜਨ ਦਾ, ਸੁਰਤ ਦੇ ਟਿਕਾਉਣ ਦਾ। ਇਸ ਕਰਕੇ ਇਹ ਉਪਾਅ ਸੀਗਾ ਮਤੀ ਦਾਸ ਨੇ ਕੀਤਾ ਹੋਇਆ। ਉਹਨਾਂ ਨੇ ਇਹ ਉਪਾਅ ਯਤਨ ਕੀਤੇ ਹੋਏ ਸੀ, ਸੁਰਤ ਸ਼ਬਦ ਵਿੱਚ ਜੁੜਦੀ ਸੀ, ਸਰੀਰ ਤੋਂ ਪਰੇ ਸੀ। ਇਸ ਕਰਕੇ ਜਦੋਂ ਆਰਾ ਸਿਰ ਤੇ ਫਿਰਿਆ ਤੇ ਇਹ ਕਿਹਾ ਮੁਹਿਆਰਾ ਪਿਆਰਾ ਲਗਤ ਹੈ, ਮੈਨੂੰ ਆਰਾ ਪਿਆਰਾ ਲੱਗਦਾ ਕਿਉਂਕਿ ਜਮ ਕੋ ਤਰਾਸ ਹਰੈ। ਜਮ ਦਾ ਡਰ ਆਪਣੇ ਅੰਦਰੋਂ ਨਾਸ਼ ਕਰ ਲਿਆ ਸੀ ਮਤੀ ਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦੱਸੇ ਹੋਏ ਉਪਾਅ ਦੇ ਮੁਤਾਬਕ। ਪ੍ਰਾਨੀ ਕੌਣ ਉਪਾਅ ਕਰੇ, ਕਿਹੜਾ ਉਪਾਅ ਕਰੇ, ਕਿਹੜਾ ਯਤਨ ਕਰੇ, ਇਹ ਪ੍ਰਸ਼ਨ ਨੇ। ਉੱਤਰ ਦੂਸਰੇ ਬੰਦ ਵਿੱਚ ਸ਼ੁਰੂ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਕਰਕੇ ਅਸੀਂ ਰਾਮ ਦੀ ਭਗਤੀ ਦਾ ਪ੍ਰਸਾਦ ਪਾ ਲਈਏ, ਮਹਾਰਾਜ ਸਾਡੀ ਵੀ ਸੁਰਤ ਟਿਕ ਜਾਵੇ ਤੇ ਕਿੱਥੇ ਬੱਜੋ ਰੁੱਝੇ ਸਾਧਨ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠੀਦਾ ਤੇ ਆਪਣੇ ਪਿਆਰ ਦੇ ਰਸ ਨਾਲ, ਕਿਉਂਕਿ ਜਿੱਥੋਂ ਆਨੰਦ ਆਵੇ ਉਸ ਕਰਮ ਨੂੰ ਕਰਨ ਵਿੱਚ ਮਨ ਫਿਰ ਬਹੁਤਾ ਪ੍ਰਵਿਰਤ ਹੋ ਜਾਂਦਾ। ਰਾਮ ਦੀ ਭਗਤੀ ਦਾ ਪ੍ਰਸਾਦ ਪ੍ਰਾਪਤ ਹੋਵੇ, ਮਹਾਰਾਜ ਅੰਮ੍ਰਿਤ ਵੇਲੇ ਉੱਠੀਏ, ਭਜਨ ਵਿੱਚ ਸੁਰਤ ਜੁੜ ਜਾਵੇ, ਪ੍ਰੀਤ ਵਾਲਾ ਜੀਵਨ ਮਹਾਰਾਜ ਸਾਨੂੰ ਮਿਲ ਜਾਵੇ। ਇਹ ਆਪ ਕਿਰਪਾ ਕਰੋ। ਮੌਤ ਦਾ ਖੌਫ ਨਹੀਂ ਮਹਾਰਾਜ ਹਟਦਾ, ਮਿਹਰ ਕਰੋ ਐਸਾ ਉਪਾਅ ਦੱਸੋ ਕਿ ਜਿਸ ਕਰਕੇ ਜਮ ਕੋ ਤਰਾਸ ਹਾਰੈ, ਜਮਾਂ ਦਾ ਡਰ ਆਪਣੇ ਅੰਦਰੋਂ ਮਹਾਰਾਜ ਸਾਡੇ ਨਾਸ਼ ਹੋ ਜਾਵੇ, ਇਹ ਭੈ ਨੂੰ ਦੂਰ ਕਰ ਲਈਏ, ਐਸਾ ਉਪਾਅ ਯਤਨ ਦੱਸੋ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕੌਣ ਕਰਮ ਵਿਦਿਆ ਕਹੋ ਕੈਸੀ। ਮਹਾਰਾਜ ਫਿਰ ਕਰਮ ਵੀ ਦੱਸੋ ਕਿ ਕਿਹੜਾ ਕਰਨਾ ਚਾਹੀਦਾ ਹੈ। ਨਿਤ ਕਰਮ ਕਿਹੜਾ ਕਰੀਏ, ਨਿਮਿਤ ਕਰਮ ਕਿਹੜਾ ਕਰੀਏ, ਜਾਂ ਕਿ ਪ੍ਰਾਸ਼ਚਿਤ ਕਰਮ ਕਰਨੇ ਚਾਹੀਦੇ ਆ ਜਾਂ ਕਾਮਕ ਕਰਮ ਕਰਨੇ ਚਾਹੀਦੇ ਆ। ਕੁਝ ਨਿਖਿੱਧ ਕਰਮ ਵੀ ਹੁੰਦੇ ਜਿਹੜੇ ਜੀਵ ਨਿਖਿੱਧ ਕਰਮਾਂ ਵਿੱਚ ਫਸੇ ਹੁੰਦੇ ਆ। ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਕਿਉਂਕਿ ਕਰਮ ਕਰਨ ਦੀ ਵੀ ਬੜੀ ਜ਼ਿਆਦਾ ਸਿੱਖਿਆ ਦਿੱਤੀ ਜਾਂਦੀ ਹੈ। ਮਹਾਰਾਜ ਸਾਨੂੰ ਤਾਂ ਇਹ ਨਹੀਂ ਪਤਾ, ਇੰਨੀ ਸਾਡੀ ਮਤ ਅਲਪੱਗ ਹੈ ਕਿ ਕਰਮ ਕਿਹੋ ਜਿਹਾ ਕਰਨਾ ਚਾਹੀਦਾ। ਹਜੂਰ ਅਸੀਂ ਤਾਂ ਵਿਸ਼ੇ ਪਰਾਇਣ ਹੋ ਕੇ ਕੰਮ ਕਰੀ ਜਾਂਦੇ ਆ, ਮਾਇਆ ਦੇ ਪਰਾਇਣ ਹੋ ਕਰਕੇ ਮਹਾਰਾਜ ਕੰਮ ਕਰੀ ਜਾਂਦੇ ਆ। ਕਦੇ ਨਿਸ਼ਕਾਮ ਨਹੀਂ ਕਦੇ ਕਰਮ ਕੀਤਾ ਜਾਂਦਾ ਮਹਾਰਾਜ ਸਾਡੇ ਕੋਲੋਂ। ਸਾਨੂੰ ਆਪ ਕਿਰਪਾ ਕਰਕੇ ਦੱਸੋ ਕਿ ਕਰਮ ਵੀ ਕਿਸ ਤਰ੍ਹਾਂ ਕਮਾਉਣਾ ਚਾਹੀਦਾ, ਕਿਹੜਾ ਮਹਾਰਾਜ ਕਰਮ ਜਿਹੜਾ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ। ਕਰਮ ਫਿਰ ਪੜੋ, ਕੌਣ ਕਰਮ ਵਿਦਿਆ ਕਹੋ ਕੈਸੀ। ਕੌਣ ਕਰਮ, ਕਿਹੜਾ ਕਰਮ ਕਰੀਏ ਤੇ ਵਿਦਿਆ ਕਹੋ ਕੈਸੀ। ਫਿਰ ਮਹਾਰਾਜ ਦੱਸੋ ਕੈਸੀ ਵਿਦਿਆ ਪੜ੍ਹੀਏ, ਕਿਹੜੀ ਵਿਦਿਆ ਪੜ੍ਹੀਏ ਕਿ ਜਿਸ ਵਿਦਿਆ ਦੇ ਪੜ੍ਹਨ ਨਾਲ ਮਹਾਰਾਜ ਸਾਨੂੰ ਬ੍ਰਹਮ ਗਿਆਨ ਹੋ ਜਾਵੇ। ਕਿਉਂਕਿ ਜੇ ਵੇਖਦੇ ਹਾਂ ਤਾਂ ਮਹਾਰਾਜ ਬੜੇ ਬੜੇ ਪੰਡਤ ਵਿਦਵਾਨ ਨੇ, ਪਰ ਮਹਾਰਾਜ ਜੇ ਉਹਨਾਂ ਵੱਲ ਵੇਖੀਏ ਨਾ ਤਾਂ ਜੀਵਨ ਤਾਂ ਮਹਾਰਾਜ ਉਹਨਾਂ ਦਾ ਬੜਾ ਹੀ ਹੋਛਾ ਹੈ। ਪੜ੍ਹੀ ਹੋਈ ਵਿਦਿਆ ਤੇ ਦੂਜੇ ਨੂੰ ਗਿਆਨ ਦਿੰਦੇ ਆ, ਆਪ ਫਿਰ ਉਸੇ ਤਰ੍ਹਾਂ ਹੀ ਵਿਕਾਰਾਂ ਵਿੱਚ ਫਸੇ ਹੋਏ ਆ। ਆਪ ਫਿਰ ਮਹਾਰਾਜ ਉਸੇ ਤਰ੍ਹਾਂ ਹੀ ਮਾਇਆ ਦੀ ਲਪਾਇਮਾਨਗੀ ਹੈ, ਉਸੇ ਤਰ੍ਹਾਂ ਹੀ ਮੌਤ ਦਾ ਖੌਫ ਡਰਦੇ ਆ ਅੰਦਰੋਂ। ਇਹ ਮਹਾਰਾਜ ਆਪ ਦੱਸੋ, ਜੇ ਹੁਣ ਇਹ ਵੇਦਾਂ ਸ਼ਾਸਤਰਾਂ ਦੀ ਵਿਦਿਆ ਪੜ੍ਹਨ ਨਾਲ ਵੀ ਅੰਦਰੋਂ ਮਹਾਰਾਜ ਵਿਕਾਰ ਨਹੀਂ ਨਾਸ਼ ਹੋਏ, ਅੰਦਰ ਠੰਡ ਨਹੀਂ ਵਰਤੀ, ਭੈ ਨਹੀਂ ਮੌਤ ਦਾ ਨਾਸ਼ ਹੋਇਆ, ਤਾਂ ਮਹਾਰਾਜ ਤੁਸੀਂ ਦੱਸੋ ਫਿਰ ਸਾਨੂੰ ਕਿ ਵਿਦਿਆ ਕਹੋ ਕੈਸੀ, ਕੈਸੀ ਵਿਦਿਆ ਜਿਹੜੀ ਆ ਉਹ ਪੜ੍ਹੀਏ ਮਹਾਰਾਜ, ਕਿਹੜੀ ਵਿਦਿਆ ਸਾਨੂੰ ਪੜ੍ਹਨੀ ਚਾਹੀਦੀ ਹੈ ਤੇ ਕਰਮ ਮਹਾਰਾਜ ਕਿਹੜੇ ਕਮਾਉਣੇ ਚਾਹੀਦੇ ਆ। ਜਾਂ ਤੇ ਭਗਤ ਰਾਮ ਕੀ ਪਾਵੈ,
ਮਹਾਰਾਜ ਜਿਸ ਕਰਕੇ ਅਸੀਂ ਰਾਮ ਦੀ ਭਗਤੀ ਨੂੰ ਪ੍ਰਾਪਤ ਕਰ ਲਈਏ। ਧਰਮ ਕੌਣ ਫੁਨ ਕਰਈ। ਮਹਾਰਾਜ ਦੱਸੋ ਫਿਰ ਧਰਮ ਫੁਨ ਫਿਰ ਬੌੜੋ ਧਰਮ ਵੀ ਕਿਹੜਾ ਧਾਰਨ ਕਰੀਏ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਗਰੀਬ ਨਵਾਜ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਜੂਰ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜਗਤ ਜਲੰਧਰ ਨੂੰ ਤਾਰਨ ਲਈ ਮਹਾਰਾਜ ਵਿਚਰੇ ਹੈ ਨਾ, ਥਾਵਾਂ ਥਾਵਾਂ ਤੇ ਹਜੂਰ ਨੇ ਚਰਨ ਪਾਏ ਐ। ਮਹਾਰਾਜ ਕਿਸੇ ਨੂੰ ਇਹ ਨਹੀਂ ਆਖਿਆ ਕਿ ਭਾਈ ਤੂੰ ਸਾਡਾ ਸਿੱਖੀ ਧਰਮ ਧਾਰਨ ਕਰ। ਹੱਥ ਜੋੜ ਕਰਕੇ ਉਹਨਾਂ ਜੀਆਂ ਨੇ ਮਹਾਰਾਜ ਦੇ ਕੋਲੋਂ ਚਰਨ ਪੌਲ ਦੀ ਦਾਤ ਮੰਗੀ। ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ, ਸੱਚੇ ਪਾਤਸ਼ਾਹ ਸਾਨੂੰ ਆਪਣੀ ਸਿੱਖੀ ਬਖਸ਼ੋ। ਇਹ ਮਹਾਰਾਜ ਤੋਂ ਜਦੋਂ ਜਗਿਆਸਾ ਧਾਰ ਕੇ ਮੰਗਦੇ ਤੇ ਫਿਰ ਮਹਾਰਾਜ ਸਿੱਖੀ ਦਿੰਦੇ। ਤੇ ਇਸ ਪ੍ਰਕਾਰ ਜਿਹੜੇ ਮੱਕੇ ਦੇ ਕਾਜੀ ਸੀਗੇ, ਮੌਲਵੀ ਸੀ, ਉਹਨਾਂ ਵੀ ਹੱਥ ਜੋੜ ਕੇ ਮਹਾਰਾਜ ਤੋਂ ਸਿੱਖੀ ਮੰਗੀ ਸੀ। ਸੱਚੇ ਪਾਤਸ਼ਾਹ ਫਿਰ ਆਪਣੀ ਕੌਂਸ ਖੜਾਵੀਂ ਨਿਸ਼ਾਨੀ ਦਿੱਤੀ ਸੀ ਨਾ, ਮੱਕੇ ਅੰਦਰ ਪੂਜ ਕਰਾਈ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕੋ ਜਿਹੜਾ ਤਰਲਾ ਕਰਕੇ ਸਿੱਖੀ ਮੰਗਦਾ, ਮਹਾਰਾਜ ਉਹਨੂੰ ਸਿੱਖੀ ਦਿੰਦੇ। ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਲ ਪੁੱਛਦੇ ਆ, ਸਤਿਗੁਰੂ ਜੀ ਕਿਹੜਾ ਧਰਮ ਧਾਰਨ ਕਰਨਾ ਚਾਹੀਦਾ? ਕਿਉਂਕਿ ਧਰਮ ਦੇ ਅਨੁਸਾਰ ਵੀ ਬਹੁਤ ਸਾਰੀ ਸਿੱਖਿਆ ਹੈ ਤੇ ਮਹਾਰਾਜ ਅਸੀਂ ਕਿਹੜਾ ਧਰਮ ਧਾਰਨ ਕਰੀਏ? ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ ਕਿ ਫੁਨ ਬੌੜੋ ਫਿਰ ਅਸੀਂ ਧਰਮ ਵੀ ਕਿਹੜਾ ਕਮਾਉਣਾ ਕਰੀਏ, ਕਿਹੜਾ ਧਰਮ ਧਾਰਨ ਕਰੀਏ। ਕੌਣ ਨਾਮ ਗੁਰ ਜਾ ਕੈ ਸਿਮਰੈ। ਫਿਰ ਮਹਾਰਾਜ ਕੌਣ ਨਾਮ, ਕਿਹੜਾ ਨਾਮ ਹੈ? ਤੇ ਮਹਾਰਾਜ ਕਿਹਨੂੰ ਆਪਾਂ ਗੁਰੂ ਧਾਰਨ ਕਰਨਾ ਕਰੀਏ? ਤੇ ਜਿਸ ਨਾਮ ਦੇ ਫਿਰ ਸਿਮਰਨੇ ਕਰਕੇ, ਕਿਉਂਕਿ ਨਾਮ ਦੀ ਦਾਤ ਤਾਂ ਗੁਰੂ ਜੀ ਹੀ ਦਿੰਦੇ ਹਨ। ਗੁਰੂ ਤੋਂ ਬਿਨਾਂ ਨਾਮ ਦੀ ਦਾਤ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ। ਇਹ ਸਾਰੇ ਗ੍ਰੰਥਾਂ ਦਾ ਜਿਹੜਾ ਹੈ ਨਿਚੋੜ ਹੈ ਕਿ ਭਾਈ ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੁੰਦੀ। ਤੇ ਫਿਰ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਅਸੀਂ ਗੁਰੂ ਧਾਰਨ ਕਿਹਨੂੰ ਕਰੀਏ। ਮਹਾਰਾਜ ਗੁਰੂ ਜਿਹੜਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਸੀਂ ਕੱਪੜਾ ਲੈਣ ਲੱਗਿਆਂ ਤਾਂ ਬੜਾ ਸੋਚਦੇ ਹਾਂ ਕਿ ਹੰਢਣਸਾਰ ਹੋਵੇ, ਕਿੰਨਾ ਚਿਰ ਕੱਢੂਗਾ, ਬੜਾ ਸਾਨੂੰ ਪਤਾ ਹੈ, ਬੜੀ ਅਕਲ ਹੈ ਤੇ ਬੜੀ ਸੋਝੀ ਰੱਖਦੇ ਹਾਂ ਸੰਸਾਰ ਦੇ ਕੰਮਾਂ ਵਾਸਤੇ। ਪਰ ਜੇ ਗੁਰੂ ਧਾਰਨ ਕਰਨਾ ਹੈ ਤੇ ਬਿਲਕੁਲ ਕੋਈ ਪਤਾ ਹੀ ਨਹੀਂ, ਕੋਈ ਅਕਲ ਹੀ ਨਹੀਂ, ਪਖੰਡੀਆਂ ਦੇ ਟੇਟੇ ਚੜੇ ਹੋਏ ਆ। ਉਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਹੀ ਤੁਕਾਂ ਕੱਢ ਕੱਢ ਕੇ ਆਪਣੇ ਹਿਸਾਬ ਨਾਲ ਮਤਲਬ ਕੱਢ ਕੇ ਭੋਲੇ ਲੋਕਾਂ ਨੂੰ ਆਪਣੇ ਪਿੱਛੇ ਫਸਾਉਂਦੇ ਆ। ਤੇ ਉਹ ਫਿਰ ਐਡੇ ਢੀਠ ਹੋ ਜਾਂਦੇ, ਕਹਿੰਦੇ ਲਓ ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀਆਂ ਹੀ ਬੋਲਦੇ, ਤੁਸੀਂ ਕੋਈ ਵੱਖਰੀ ਕਥਾ ਕਰਦੇ ਆ, ਤੁਸੀਂ ਆਪਣੇ ਮਤਲਬ ਨਾਲ ਕਰਦੇ ਹੋਵੋਗੇ। ਸਾਧ ਸੰਗਤ ਜੀ, ਜਿਹਦਾ ਕੋਈ ਵਿੱਚ ਆਪਣਾ ਨਿੱਜੀ ਪ੍ਰਯੋਜਨ ਨਹੀਂ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਨਿਰੋਲ ਅਰਥ ਹੁੰਦੇ ਆ। ਐਸੇ ਪੰਥ ਦੇ ਅੰਦਰ ਮਹਾਂਪੁਰਖਾਂ ਨੇ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਇਸ ਪੰਥ ਦੇ ਅੰਦਰ ਉਹਨਾਂ ਦਾ ਸਾਧ ਸੰਗਤ ਜੀ ਆਉਣਾ ਹੋਇਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕੋਈ ਲਾਲਚ ਨਹੀਂ, ਕੋਈ ਲਿਪਸਾ ਨਹੀਂ, ਬਹੁਤ ਪਰਉਪਕਾਰ ਕੀਤਾ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਪਿੰਡਰਾਂ ਵਾਲੇ ਮਹਾਂਪੁਰਖ, ਗੁਰਬਾਣੀ ਦੀ ਇੰਨੀ ਪਿਆਰ ਨਾਲ ਕਥਾ ਕੀਤੀ, ਅਰਥ ਕੀਤੇ ਤੇ ਬਹੁਤ ਸਾਰੇ ਜੀਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜ ਕੇ ਸਦਗਤੀ ਜਿਹੜੀ ਸੀ ਉਹਨਾਂ ਨੂੰ ਪ੍ਰਾਪਤ ਹੋਈ। ਸਤਿਗੁਰੂ ਜੀ ਦੇ ਸਿੱਖੀ ਅਕਾਲੀ ਧਰਮ ਦੇ ਨਾਲ ਜੋੜਿਆ। ਜਿਹੜਾ ਆਪਣੇ ਨਾਲ ਜੋੜੇ, ਬਾਣੀ ਦੀਆਂ ਪੰਕਤੀਆਂ ਕੱਢ ਕੇ ਸਿੱਖਿਆ ਤਾਂ ਦੇਵੇ, ਪਰ ਇਹ ਕਹੇ ਕਿ ਸਰੀਰ ਗੁਰੂ ਚਾਹੀਦਾ ਹੈ। ਬਾਣੀ ਤਾਂ ਕੇਵਲ ਜਰੀਆ ਹੈ, ਸਰੀਰ ਗੁਰੂ ਚਾਹੀਦਾ ਹੈ। ਇਹ ਉਹਦੇ ਅੰਦਰ ਜਿਹੜੀ ਹੈ ਨਾ ਆਪਣੀ ਪੂਜਾ ਕਰਾਉਣ ਦੀ ਚੇਸ਼ਟਾ ਹੈ। ਇਹ ਉਹਦੇ ਲੁਕਵੇਂ ਜਿਹੜੇ ਤਰੀਕੇ ਹੈ ਤੇ ਜੀਵ ਜਿਹੜੇ ਭਰਮ ਜਾਂਦੇ ਹੈ। ਆਮ ਸਧਾਰਨ ਨਾ ਤਾਂ ਭਰਮਣਾ ਹੀ ਹੁੰਦਾ ਹੈ, ਕਈ ਸਤ ਸੰਗਤ ਕਰਦੇ ਵੀ ਸਮਝ ਨਹੀਂ ਕਰਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ, ਕਿਉਂਕਿ ਉਹ ਕਹਿੰਦੇ ਕੋਈ ਨਾ ਕੋਈ ਸੰਤ ਚਾਹੀਦਾ ਹੈ। ਸੰਤ ਦੀ ਸੰਗਤ ਬਹੁਤ ਲਾਭਦਾਇਕ ਹੈ, ਪਰ ਗੁਰਬਾਣੀ ਦੇ ਅਨੁਸਾਰ ਇਹ ਤਾਂ ਵੇਖੋ ਕਿ ਭਾਈ ਸੰਤ ਵਾਲੇ ਲੱਖਣ ਵੀ ਹਨ ਕਿ ਨਹੀਂ। ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਪਰ ਇਹ ਵੀ ਨਹੀਂ ਕਿ ਤੁਸੀਂ ਪਖੰਡੀ ਦੇ ਟੇਟੇ ਚੜ੍ਹ ਕੇ ਤੇ ਆਪਣਾ ਜੀਵਨ ਹੀ ਬਰਬਾਦ ਕਰ ਲਓ। ਨਿੰਦਾ ਨਾ ਕਰੋ, ਪਰ ਪਹਿਚਾਨ ਕਰਕੇ ਗੁਰੂ ਸਾਹਿਬ ਜੀ ਦੀ ਸਿੱਖੀ ਆਪ ਕਮਾਓ। ਤੇ ਜੇ ਸਿੱਖੀ ਦੇ ਰਸਤੇ ਤੋਂ ਤੁਹਾਨੂੰ ਭਟਕਾਉਂਦਾ ਹੈ ਤੇ ਭਈ ਉਹਦਾ ਸਾਥ ਛੱਡ ਦਿਓ।
ਤੇ ਜੇ ਕਰਕੇ ਤੁਸੀਂ ਫਿਰ ਵੀ ਜਿਹੜਾ ਹੈ ਉਹ ਅੰਨੇ ਹੋ ਕਰਕੇ ਕੋਈ ਵਿਚਾਰ ਹੀ ਨਹੀਂ ਮਨ ਦੇ ਅੰਦਰ, ਸ਼ਰਧਾ ਕਰਨ ਦਾ ਥਾਂ ਏ ਤੇ ਕੇਵਲ ਗੁਰੂ ਸਾਹਿਬ ਦੀ ਮਰਿਆਦਾ ਦਿੱਤੀ ਹੋਈ। ਸ਼ਰਧਾ ਕਰਨ ਦਾ ਥਾਂ ਏ ਤੇ ਧੰਨ ਸਤਿਗੁਰੂ ਜੀ ਦੀ ਉਹ ਪਵਿੱਤਰ ਬਾਣੀ ਹੈ। ਸ਼ਰਧਾ ਕਰਨ ਦਾ ਥਾਂ ਏ ਤੇ ਉਹ ਪੁਰਖ ਜਿਹੜੇ ਮਹਾਰਾਜ ਦੀ ਬਾਣੀ ਨੂੰ ਪ੍ਰਣਾਏ ਹੋਏ, ਸਤਿਗੁਰੂ ਜੀ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਿਉਂਦੇ ਐ। ਜਦੋਂ ਮਨ ਦੇ ਅੰਦਰ ਜਗਿਆਸਾ ਦੇ ਸਹਿਤ ਫਿਰ ਲਾਲਸਾ ਜਾਗਦੀ ਹੈ ਨਾ ਕਿ ਸੰਸਾਰ ਵਿੱਚ ਮਹਾਰਾਜ ਮੈਨੂੰ ਤਾਂ ਸੋਝੀ ਨਹੀਂ, ਮੈਂ ਕਿਹੜਾ ਨਾਮ ਜਪਾਂ। ਕੋਈ ਕਹਿੰਦਾ ਹਰੀ ਹਰੀ ਜਪਿਆ ਕਰ, ਕੋਈ ਆਪਣੇ ਕੰਨਾਂ 'ਚ ਮੰਤਰ ਦਈ ਫਿਰਦੇ ਰਹਿੰਦੇ ਐ ਤੇ ਉਹ ਕਹਿੰਦੇ ਐ ਕਿ ਇਹੋ ਜਿਹੇ ਜਿਹੜੇ ਵਿਚਾਰ ਦਿੰਦੇ ਆ ਨਾਸਤਕਾਂ ਵਾਲੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਮੰਤਰ ਜਪਣ ਦੀ ਆਗਿਆ ਕੀਤੀ ਹੈ। ਭਾਈ ਗੁਰਦਾਸ ਸਾਹਿਬ ਗਵਾਹੀ ਦਿੱਤੀ ਹੈ। ਉਹ ਆਖਦੇ ਹੈ ਜੀ ਵਾਹਿਗੁਰੂ ਮੰਤਰ ਨਾਲ ਰਿਦਮ ਟੁੱਟਦਾ ਤੇ ਓਮ ਜਪਣਾ ਚਾਹੀਦਾ ਜਾਂ ਹੋਰ ਆਪਣੇ ਤਰੀਕੇ ਨਾਲ ਮੰਤਰ ਦੱਸਦੇ ਆ। ਆਖੇ ਜੀ ਇਹਦੇ ਨਾਲ ਜਿਹੜਾ ਹੈ ਉਹ ਰਿਦਮ ਨਹੀਂ ਟੁੱਟਦਾ। ਪਤਾ ਨਹੀਂ ਫਿਰ ਵੀ ਭੁਲੇਖਾ ਖਾ ਕੇ ਕਿਵੇਂ ਜਿਹੜੇ ਆ ਉਹ ਮਗਰ ਲੱਗ ਜਾਂਦੇ ਆ। ਕਹਿੰਦੇ ਬਾਹਰਲੇ ਦੇਸ਼ਾਂ ਦੇ ਨੌਜਵਾਨ ਜਿਹੜੇ ਆ ਉਹ ਬੜੇ ਸਿਆਣੇ ਹੁੰਦੇ ਆ ਪਰ ਟੇਟੇ ਵੀ ਛੇਤੀ ਚੜ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸ਼ਨ ਦੱਸਦੇ ਆ, ਜਦੋਂ ਜਗਿਆਸਾ ਜਾਗਦੀ ਹੈ, ਜਦੋਂ ਮਨ ਦੇ ਅੰਦਰ ਭਾਵਨਾ ਜਾਗਦੀ ਹੈ ਨਾ, ਉਦੋਂ ਖੋਜਣ ਵਾਸਤੇ ਮਨ ਜਿਹੜਾ ਫਿਰ ਇਹ ਮਨ ਦੇ ਅੰਦਰੋਂ ਅਰਦਾਸ ਹੁੰਦੀ ਹੈ ਕਿ ਮਹਾਰਾਜ ਮੈਂ ਕਿੱਥੇ ਖੋਜ ਕਰਾਂ, ਮੈਂ ਕਿਹਨੂੰ ਜਿਹੜਾ ਹੈ ਉਹ ਪੂਰਨ ਗੁਰੂ ਜਿਹੜਾ ਵੇਖ ਕੇ ਧਾਰਨ ਕਰਾਂ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਪੁੱਛਦੇ ਹੈ। ਜੇ ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਜੀ ਨੇ ਸਾਰਾ ਕੁਝ ਹੀ ਆਪਣਾ ਪੰਥ ਤੋਂ ਲੁਟਾਇਆ ਹੈ, ਮਹਾਰਾਜ ਜੀ ਨੇ ਕੁੱਲ ਲੁਕਾਈ ਦੇ ਭਲੇ ਵਾਸਤੇ ਸਤਿਗੁਰਾਂ ਜੀ ਨੇ ਐਸਾ ਧਰਮ ਸਥਾਪਿਤ ਕੀਤਾ। ਐਸੇ ਸਤਿਗੁਰੂ ਜੀ ਨੂੰ ਜੇ ਗੁਰੂ ਨਾ ਧਾਰਨ ਕਰੇ ਤੇ ਫਿਰ ਮਨੁੱਖਾ ਜਨਮ ਵਿੱਚ ਆ ਕਰਕੇ ਇਸ ਸਰੀਰ ਨੂੰ ਪਾਉਣ ਦਾ, ਸਵਾਸਾਂ ਦੀ ਪੂੰਜੀ ਨੂੰ ਪਾਉਣ ਦਾ ਕੀ ਲਾਭ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਿਹੜੀ ਜਗਿਆਸਾ ਅੰਦਰ ਜਾਗਦੀ ਉਹਦੇ ਪ੍ਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਦੱਸ ਰਹੇ ਆ। ਜਿਹੜੇ ਪ੍ਰਸ਼ਨ ਸਤਿਗੁਰੂ ਜੀ ਨੂੰ ਸਿੱਖਾਂ ਕਹੇ ਆ, ਇਉਂ ਸਿੱਖਾਂ ਨੇ ਬੇਨਤੀ ਕੀਤੀ ਹੈ। ਕੌਣ ਨਾਮ ਗੁਰ ਜਾ ਕੈ ਸਿਮਰੈ। ਮਹਾਰਾਜ ਉਹ ਕੌਣ ਕਿਹੜਾ ਨਾਮ ਹੈ ਤੇ ਕਿਹੜਾ ਮਹਾਰਾਜ ਉਹ ਗੁਰੂ ਮੈਂ ਧਾਰਨ ਕਰਾਂ ਜਿਸ ਦੇ ਦਿੱਤੇ ਹੋਏ ਨਾਮ ਨੂੰ ਫਿਰ ਸਿਮਰਨੇ ਕਰਕੇ ਭਵ ਸਾਗਰ ਕਉ ਤਰਈ। ਜਿਹੜਾ ਇਹ ਭਵ ਸਾਗਰ ਸੰਸਾਰ ਸਮੁੰਦਰ ਇਹਨੂੰ ਤਰ ਜਾਵਾਂ। ਇਸ ਪ੍ਰਕਾਰ ਨਾ ਭਾਈ ਗੁਰਦਾਸ ਸਾਹਿਬ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਜਿਹੜੀ ਬਾਣੀ ਉਚਾਰਨ ਕੀਤੀ ਹੈ, ਗੁਰੂ ਸਾਹਿਬ ਭਗਤਾਂ ਦੀ ਬਾਣੀ ਲਿਖਾਉਂਦੇ ਹੈ ਤੇ ਸਾਡੀ ਬਾਣੀ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾਉਂਦੇ। ਇਉਂ ਜਦੋਂ ਖਿਆਲ ਆਇਆ ਤੇ ਭਾਈ ਸਾਹਿਬ ਜੀ ਨੂੰ ਰਾਤ ਸੁਪਨਾ ਆਇਆ ਕਿ ਇੱਕ ਜਹਾਜ਼ ਵਿੱਚ ਅਸਵਾਰ ਨੇ ਭਾਈ ਗੁਰਦਾਸ ਜੀ ਤੇ ਉਹ ਜਹਾਜ਼ ਡੁੱਬਣ ਲੱਗ ਪਿਆ ਤੇ ਸਾਰੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਭਾਈ ਤੁਸੀਂ ਗੁਰੂ ਕੇ ਸਿੱਖ ਹੋ ਤੇ ਅਰਦਾਸ ਕਰੋ। ਜਦੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਆਖਿਆ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਆਪਣੀਆਂ ਜਿਹੜੀਆਂ ਵਾਰਾਂ ਨੇ ਤੇ ਸਮੇਂ ਉਹਨਾਂ ਵਾਰਾਂ ਵਿੱਚੋਂ ਭਾਵੇਂ ਕਿ ਗੁਰੂ ਜੀ ਦੀ ਉਸਤਤ ਦੀ ਹੀ ਪੰਕਤੀ ਪੜ੍ਹੀ। ਜਦੋਂ ਇਹ ਪੰਕਤੀ ਪੜ੍ਹੀ ਤਾਂ ਤਿਸ ਸਮੇਂ ਜਹਾਜ਼ ਹੋਰ ਡੋਲਣ ਲੱਗ ਪਿਆ। ਭਾਵੇਂ ਕਿ ਕਿਹਾ ਨਮਸਕਾਰ ਗੁਰਦੇਵ ਕੋ, ਇਹ ਸ਼ਬਦ ਕਹੇ ਜਿੱਥੋਂ ਵਾਰਾਂ ਆਰੰਭ ਹੁੰਦੀਆਂ ਤੇ ਜਹਾਜ਼ ਜਦੋਂ ਡੋਲਣ ਲੱਗ ਪਿਆ ਨਾ ਹੋਰ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਾਈ ਖਲੋ ਜੋ, ਮੈਂ ਇੱਕ ਹੋਰ ਸੱਚੀ ਅਰਦਾਸ ਹੈ ਉਹ ਕਰਦਾ। ਜਦੋਂ ਫਿਰ ਭਾਈ ਗੁਰਦਾਸ ਸਾਹਿਬ ਨੇ ਆਖਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਉਸੇ ਸਮੇਂ ਜਹਾਜ਼ ਡੋਲਣੋਂ ਰੁਕ ਗਿਆ। ਸੁਪਨੇ ਵਿੱਚ ਹੀ ਮਹਾਰਾਜ ਦਿਖਾਤਾ ਕਿ ਜਿਹੜੀ ਬਾਣੀ ਹੈ ਨਾ ਉਹ ਹੀ ਕੇਵਲ ਪੂਰੇ ਗੁਰੂ ਜੀ ਦੀ ਮੁਖ ਤੋਂ ਨਿਕਲੀ ਹੋਈ ਬਾਣੀ ਸੱਚੀ ਬਾਣੀ ਹੈ। ਫਿਰ ਮਹਾਰਾਜ ਜੀ ਨੇ ਇਹ ਵਡਿਆਈ ਦੇਣ ਲਈ ਵੀ ਆਗਿਆ ਕੀਤੀ। ਜਦੋਂ ਮਹਾਰਾਜ ਸੁਪਨੇ 'ਚ ਦਿਖਾਤਾ ਤੇ ਆਖਿਆ ਭਾਈ ਗੁਰਦਾਸ ਜੀ ਲਿਆਓ ਤੁਹਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਈਏ। ਤੇ ਭਾਈ ਗੁਰਦਾਸ ਸਾਹਿਬ ਨੇ ਚਰਨਾਂ ਤੇ ਸੀਸ ਰੱਖ ਕੇ ਆਖਿਆ ਨਹੀਂ ਮਹਾਰਾਜ ਜੀ, ਸੱਚੇ ਪਾਤਸ਼ਾਹ ਆਪ ਜੀ ਦੇ ਸ਼੍ਰੀ ਕੰਠ ਤੋਂ ਵੱਡੇ ਸਤਿਗੁਰਾਂ ਜੀ ਦੇ ਮੁਖ ਤੋਂ ਉਚਰੀ ਹੋਈ ਬਾਣੀ, ਜਿਹੜੇ ਭਗਤ ਆਪ ਨਾਲ ਇਕਮਿਕ ਹੋ ਗਏ ਮਹਾਰਾਜ, ਉਹਨਾਂ ਦੀ ਬਾਣੀ ਇਹਦੇ ਵਿੱਚ ਦਰਜ ਆਪ ਨੇ ਕੀਤੀ ਹੈ
ਦਾਸ ਨੂੰ ਤਾਂ ਆਪਣੇ ਚਰਨਾਂ ਵਿੱਚ ਮਹਾਰਾਜ ਥਾਂ ਬਖਸ਼ੋ। ਸਤਿਗੁਰੂ ਜੀ ਨੇ ਖੁਸ਼ ਹੋ ਕੇ ਫਿਰ ਵਰ ਦਿੱਤਾ ਸੀ, ਅੱਛਾ ਭਾਈ ਗੁਰਦਾਸ ਜੀ, ਤੁਹਾਡੀ ਬਾਣੀ ਜਿਹੜੀ ਆ ਸਾਡੀ ਬਾਣੀ ਦੀ ਕੁੰਜੀ ਅਖਵਾਏਗੀ। ਗੁਰਬਾਣੀ ਦੇ ਗੁੱਝੇ ਭੇਦ ਜਿਹੜੇ ਆ ਤੁਹਾਡੀ ਬਾਣੀ ਦੇ ਪੜ੍ਹਨੇ ਕਰਕੇ ਇਹ ਖੁੱਲ ਜਾਣਗੇ ਸਿੱਖਾਂ ਦੇ ਅੰਦਰ। ਇਹ ਸੱਚੇ ਪਾਤਸ਼ਾਹ ਮਹਾਰਾਜ ਮਾਣ ਬਖਸ਼ਿਆ ਸੀ। ਤੋ ਹਜੂਰ ਫਰਮਾਉਂਦੇ ਹਨ, ਕੌਣ ਨਾਮ ਗੁਰ ਜਾ ਕੈ ਸਿਮਰੈ। ਕਿਹੜਾ ਉਹ ਨਾਮ ਹੈ, ਕਿਹੜੇ ਗੁਰੂ ਨੂੰ ਧਾਰਨ ਕਰੀਏ ਜਿਨ੍ਹਾਂ ਦੇ ਦਿੱਤੇ ਹੋਏ ਨਾਮ ਨੂੰ ਸਿਮਰਨੇ ਕਰਕੇ ਭਵ ਸਾਗਰ ਕਉ ਤਰਈ। ਇਹ ਭਵ ਸਾਗਰ ਜਿਹੜਾ ਸੰਸਾਰ ਸਮੁੰਦਰ, ਇਹਨੂੰ ਤਰ ਜਾਈਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਦ੍ਰਿਸ਼ਟਾਂਤ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਨੂੰ ਮਹਾਰਾਜ ਦਿਖਾਤਾ ਸੀ ਕਿ ਪੂਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਆ ਪੂਰੇ ਗੁਰੂ ਹੈ। ਪੂਰੇ ਗੁਰੂ ਜੀ ਦਾ ਦਿੱਤਾ ਹੋਇਆ ਨਾਮ ਗੁਰਮੰਤਰ ਹੀ ਭਵ ਸਾਗਰ ਤੋਂ ਤਾਰ ਸਕਦਾ ਹੈ। ਕਲ ਮੈਂ ਏਕ ਨਾਮ ਕਿਰਪਾ ਨਿਧ। ਕਲਯੁਗ ਦੇ ਅੰਦਰ ਇੱਕੋ ਇੱਕ ਹੁਣ ਮਹਾਰਾਜ ਇਹ ਉੱਤਰ ਦੇਣ ਲੱਗੇ ਸਤਿਗੁਰੂ ਜੀ। ਪਹਿਲਾ ਬੰਦ ਜਿਹੜਾ ਪ੍ਰਸ਼ਨ ਸੰਪੂਰਨ ਹੋ ਗਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਹਜੂਰ ਉੱਤਰ ਦਿੰਦੇ ਹਨ ਇਹ ਕੀਤੇ ਹੋਏ ਪ੍ਰਸ਼ਨਾਂ ਦਾ। ਕਲ ਮੈਂ ਏਕ ਨਾਮ ਕਿਰਪਾ ਨਿਧ। ਮਹਾਰਾਜ ਕਹਿੰਦੇ ਹਨ ਕਲਯੁਗ ਦੇ ਅੰਦਰ ਜੇ ਰਾਮ ਦੀ ਭਗਤੀ ਦੇ ਪ੍ਰਾਪਤ ਕਰਨ ਦਾ ਉਪਾਅ ਕਰਨਾ ਹੈ ਨਾ, ਪਹਿਲਾ ਪ੍ਰਸ਼ਨ ਇਹੋ ਹੀ ਸੀ ਨਾ, ਪ੍ਰਾਨੀ ਕੌਣ ਉਪਾਅ ਕਰੈ, ਕਿਹੜਾ ਉਪਾਅ ਕਰੇ। ਜਾ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਲ ਮੈਂ ਏਕ ਨਾਮ ਕਿਰਪਾ ਨਿਧ। ਜੋ ਕਿਰਪਾ ਦਾ ਨਿੱਧ ਖਜ਼ਾਨਾ ਹੈ ਨਾ, ਜੋ ਕਿਰਪਾ ਦਾ ਨਿੱਧ ਸਮੁੰਦਰ ਹੈ ਮੇਰਾ ਵਾਹਿਗੁਰੂ, ਕਲਯੁਗ ਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਇੱਕ ਨਾਮ ਹੈ ਮੇਰੇ ਵਾਹਿਗੁਰੂ ਦਾ। ਨਾਮ ਦੇ ਜਪਣ ਦਾ ਉਪਾਅ ਕਰੋ ਸਿੱਖੋ। ਜੇ ਯਤਨ ਕਰਨਾ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਯਤਨ ਹੈ ਵਾਹਿਗੁਰੂ ਦੇ ਨਾਮ ਨੂੰ ਜਪੋ। ਜਿਸ ਪ੍ਰਕਾਰ ਵੀ ਜਪ ਸਕਦੇ ਆ, ਜੇ ਕਰਕੇ ਤੁਸੀਂ ਸਹਿਜ ਨਾਲ ਪ੍ਰੀਤ ਵਿੱਚ ਭਿੱਜ ਕਰਕੇ ਜਪੋਗੇ ਨਿਹਾਲ ਹੋਵੋਗੇ। ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਕਿਰਪਾ ਨਿੱਧ ਪਰਮੇਸ਼ਰ ਦਾ ਇੱਕੋ ਇੱਕ ਨਾਮ ਹੈ, ਜਿਸ ਕਰਕੇ ਫਿਰ ਰਾਮ ਦੀ ਭਗਤੀ ਦਾ ਪ੍ਰਸਾਦ ਪਾ ਲਓਗੇ। ਜਾਹਿ ਜਪੈ ਗਤ ਪਾਵੈ। ਜਿਸ ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ ਗਤ ਮੁਕਤੀ ਨੂੰ ਪਾ ਕੇ ਨਿਹਾਲ ਹੋਵੋਗੇ ਤੇ ਜਮ ਕੋ ਤਰਾਸ ਹਰੈ। ਜਦੋਂ ਮੁਕਤ ਹੋਗੇ ਫਿਰ ਮੌਤ ਦਾ ਖੌਫ ਨਿਕਲ ਜਾਵੇਗਾ। ਸਰੀਰਾਂ 'ਚ ਆ ਕੇ ਮਰਨ ਦਾ ਡਰ ਵਿਆਪਦਾ ਨਾ, ਤੇ ਜਦੋਂ ਮੁਕਤੀ ਹੋ ਗਏ ਸਰੀਰ ਦੇ ਪਿੰਜਰੇ ਤੋਂ, ਆਜ਼ਾਦ ਹੀ ਹੋ ਗਏ ਇਹਨਾਂ ਦੇਹਾਂ ਤੋਂ, 84 ਲੱਖ ਜੂਨ ਤੋਂ, ਤੇ ਫਿਰ ਮਹਾਰਾਜ ਕਹਿੰਦੇ ਜਮ ਕੋ ਤਰਾਸ ਹਰੈ। ਮਹਾਰਾਜ ਕਹਿੰਦੇ ਜਮ ਦਾ ਡਰ ਅੰਦਰੋਂ ਮੁੱਕ ਜਾਵੇਗਾ ਤੇ ਮਹਾਰਾਜ ਨੇ ਕਿਹਾ ਫਿਰ ਮੁਕਤੀ ਨੂੰ ਪ੍ਰਾਪਤ ਹੋ ਜਾਵੋਗੇ। ਕਲ ਮੈਂ ਏਕ ਨਾਮ ਕਿਰਪਾ ਨਿੱਧ। ਕਲਯੁਗ ਦੇ ਅੰਦਰ ਇੱਕੋ ਇੱਕ ਨਾਮ ਹੈ ਜੋ ਕਿਰਪਾ ਦਾ ਨਿੱਧ ਖਜ਼ਾਨਾ ਹੈ। ਵਾਹਿਗੁਰੂ ਦਾ ਨਾਮ ਹੀ ਕਿਰਪਾ ਦਾ ਸਾਗਰ ਹੈ। ਜਾਹੇ ਜਪੈ ਗਤ ਪਾਵੈ। ਮਹਾਰਾਜ ਕਹਿੰਦੇ ਜਿਸ ਪਰਮੇਸ਼ਰ ਨੂੰ ਜਪਣੇ ਕਰਕੇ ਭਾਈ ਗਤ ਮੁਕਤੀ ਨੂੰ ਪਾ ਲਓਗੇ। ਔਰ ਧਰਮ ਤਾ ਕੈ ਸਮ ਨਾਹਨ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪ੍ਰਸ਼ਨ ਪੁੱਛਿਆ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ, ਆਪ ਕਿਰਪਾ ਕਰਕੇ ਦੱਸੋ। ਤੇ ਉਹ ਅਗਲੀ ਪੰਕਤੀ ਪੜੋ ਜਿਹੜੀ ਮਹਾਰਾਜ ਕਹਿੰਦੇ ਕਰਮ ਕੌਣ, ਫਿਰ ਪੜੋ ਕੌਣ ਕਰਮ, ਕੌਣ ਕਰਮ, ਪਿੱਛੇ ਪੰਕਤੀ ਹੈ। ਕੌਣ ਕਰਮ ਵਿਦਿਆ ਕਹੋ ਕੈਸੀ। ਪੂਰੀ ਪੜ੍ਹ ਦਿਓ। ਧਰਮ ਕੌਣ ਫੁਨ ਕਰਈ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਹੈ ਗਰੀਬ ਨਵਾਜ ਜੀ ਨੂੰ ਕਿ ਮਹਾਰਾਜ ਅਸੀਂ ਕਰਮ ਕਿਹੜਾ ਕਰੀਏ ਤੇ ਵਿਦਿਆ ਕਿਹੜੀ ਪੜ੍ਹੀਏ ਤੇ ਮਹਾਰਾਜ ਧਰਮ ਕਿਹੜਾ ਧਾਰਨ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਹੁਣ ਦੱਸਦੇ ਆ, ਇਹ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਹੀ ਮਹਾਰਾਜ ਦਿੰਦੇ ਹਨ। ਔਰ ਧਰਮ ਤਾ ਕੈ ਸਮ ਨਾਹਨ। ਹਜੂਰ ਕਹਿੰਦੇ ਜਿਹੜਾ ਨਾਮ ਜਪਣਾ ਨਾ ਇਹੀ ਸਭ ਤੋਂ ਉੱਤਮ ਕਰਮ ਹੈ, ਕਿਉਂਕਿ ਇਹ ਨਾਮ ਦੇ ਜਪਣ ਦਾ ਕਰਮ ਜੀਭਾ ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਇਹ ਆਪਾਂ ਕਰਮ ਕਰਦੇ ਆ। ਫਿਰ ਸਾਡੇ ਕਰਮ ਕਰਨ ਦਾ ਜਿਹੜਾ ਤਰੀਕਾ ਉਹਦੇ 'ਚ ਉਪਕਾਰ ਹੋਣਾ ਚਾਹੀਦਾ, ਨਿਸ਼ਕਾਮਤਾ ਹੋਣੀ ਚਾਹੀਦੀ ਹੈ। ਤੇ ਜਦੋਂ ਅਸੀਂ ਕਰਮ ਸ਼ੁਭ ਕਰਦੇ ਆ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਵੀ ਨਾਮ ਰੂਪ ਹੋ ਜਾਂਦੇ ਆ। ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਸ਼ੁਭ ਕਰਮ ਕਰਨੇ ਆਪਣੇ ਹੱਥਾਂ ਦੇ ਨਾਲ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਤੇ ਫਿਰ ਵਿਦਿਆ ਕਿਹੜੀ ਪੜ੍ਹਨੀ ਹੈ? ਉਹ ਵੀ ਨਾਮ ਦੀ ਵਿਦਿਆ ਪੜ੍ਹਨੀ ਹੈ। ਜਿਸ ਵਿਦਿਆ ਦੇ ਵਿੱਚੋਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਨੇ ਪਾਂਧਾ ਜੀ ਨੂੰ ਕਿ ਇਸ ਵਿਦਿਆ ਦੇ ਪੜਨ ਨਾਲ ਕੀ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ? ਤੇ ਪਾਂਧਾ ਜੀ ਕਹਿੰਦੇ ਨਾ ਮਹਾਰਾਜ, ਇਸ ਵਿਦਿਆ ਨਾਲ ਮੈਨੂੰ ਨਹੀਂ ਪਤਾ ਕਿ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ ਜਾਂ ਨਹੀਂ, ਇਹ ਤਾਂ ਸੰਸਾਰ 'ਚ ਜ਼ਰੂਰ ਕੰਮ ਆਉਂਦੀ ਹੈ। ਮਹਾਰਾਜ ਕਹਿੰਦੇ ਫਿਰ ਸਾਡਾ ਤਾਂ ਇਸ ਵਿਦਿਆ ਦੇ ਪੜਨ ਨਾਲ ਕੋਈ ਕੰਮ ਨਹੀਂ। ਪਾਂਧਾ ਜੀ ਨੇ ਆਖਿਆ ਤੁਹਾਨੂੰ ਉਸ ਵਿਦਿਆ ਦਾ ਪਤਾ? ਮਹਾਰਾਜ ਕਹਿੰਦੇ ਹਾਂ ਪਾਂਧਾ ਜੀ। ਤੇ ਫਿਰ ਪਾਂਧਾ ਜੀ ਦੇ ਭਾਗ ਜਾਗੇ, ਸਤਿਗੁਰੂ ਜੀ ਦੇ ਕੋਲ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਉਹ ਵਿਦਿਆ ਹੀ ਦੱਸ ਦਿਓ। ਤੇ ਹਜੂਰ ਨੇ ਫਿਰ ਇਹ ਸ਼ਬਦ ਆਪਣੇ ਸ਼੍ਰੀ ਕੰਠ ਤੋਂ ਸ਼੍ਰੀ ਰਾਗ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਇਹ ਗੁਰੂ ਸਾਹਿਬ ਨੇ ਆਗਿਆ ਕੀਤੀ ਕਿ ਕਿਹੋ ਜਿਹਾ ਲੇਖਾ ਲਿਖਣਾ, ਕਿਹੋ ਜੀ ਵਿਦਿਆ ਪੜ੍ਹਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਾਲ ਮੋਹ ਘਸ ਮਸ ਕਰ, ਇਸ ਪ੍ਰਕਰਣ ਦਾ ਵਿਸਥਾਰ ਹੈ, ਪਰ ਆਪਾਂ ਸੰਖੇਪ ਰੂਪ ਵਿੱਚ ਹੀ ਸਰਵਣ ਕਰੀਏ ਕਿਉਂਕਿ ਸਮਾਪਤੀ ਕਰਨੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸਰੀਰ ਦੇ ਅੰਦਰੋਂ ਮੋਹ ਰੂਪੀ ਤੇਲ ਨੂੰ ਨਾਸ਼ ਕਰਕੇ ਤੇ ਜਿਵੇਂ ਫਿਰ ਹੰਕਾਰ ਨੂੰ ਛੱਡਣਾ ਨਾ, ਘਸਾਉਣਾ ਕੀ ਹੈ? ਇਹ ਜਿਵੇਂ ਸਿਆਹੀ ਨੂੰ ਪ੍ਰਾਪਤ ਕਰੀਦਾ ਨਾ, ਦੀਵੇ ਦੇ ਅੰਦਰੋਂ ਜਿਵੇਂ ਲਾਟ ਜਲੇ ਤੇ ਫਿਰ ਇਹ ਲਾਟ ਦੇ ਜਲਣੇ ਕਰਕੇ ਬੱਤੀ ਤੇ ਤੇਲ ਦੋਵੇਂ ਚੀਜ਼ਾਂ ਸੜ ਜਾਂਦੀਆਂ ਹਨ ਤੇ ਫਿਰ ਰਹਿ ਜਾਂਦੀ ਹੈ ਵਿੱਚ ਕਾਲਖ ਸਿਆਹੀ, ਤੇ ਉਸ ਨੂੰ ਫਿਰ ਘਸਾ ਕੇ ਸਿਆਹੀ ਤਿਆਰ ਕੀਤੀ ਜਾਂਦੀ ਹੈ ਜਾਲ ਮੋਹ। ਮਹਾਰਾਜ ਕਹਿੰਦੇ ਆਪਣੇ ਸਰੀਰ ਰੂਪੀ ਦੀਵੇ ਵਿੱਚੋਂ ਮੋਹ ਨੂੰ ਪਾਂਧਾ ਜੀ ਜਾਲਣਾ ਕਰੋ ਤੇ ਫਿਰ ਘਸ ਮਸ ਕਰੋ, ਉਹਦੇ ਹੰਕਾਰ ਨੂੰ ਪੁਨः ਪੁਨः ਅਭਿਆਸ ਕਰਕੇ ਜਿਹੜਾ ਇਹ ਘਸਾਉਣਾ ਹੁੰਦਾ ਤੇ ਫਿਰ ਇਹ ਮਸ ਸ਼ਰਧਾ ਰੂਪੀ ਮਸ ਸਿਆਹੀ ਪ੍ਰਾਪਤ ਹੁੰਦੀ ਹੈ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਤੇ ਜਿਹੜੀ ਸ੍ਰੇਸ਼ਟ ਮਤ ਵੈ ਇਹਨੂੰ ਕਾਗਦ ਬਣਾਉਣਾ ਕਰੋ। ਭਾਉ ਕਲਮ ਕਰ ਚਿੱਤ ਲਿਖਾਰੀ, ਪ੍ਰੇਮ ਦੀ ਕਲਮ ਤੇ ਚਿੱਤ ਨੂੰ ਲਿਖਾਰੀ ਲਾ ਰੋ। ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਗੁਰੂ ਸਾਹਿਬ ਨੂੰ ਪੁੱਛ ਕੇ ਫਿਰ ਵਿਚਾਰ ਲਿਖੋ। ਤੇ ਗੁਰੂ ਸਾਹਿਬ ਜੀ ਫਿਰ ਕੀ ਦੱਸਦੇ ਆ? ਮਹਾਰਾਜ ਕਹਿੰਦੇ ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਲਿਖ ਨਾਮ ਲਿਖ ਇਸ ਹਿਰਦੇ ਰੂਪੀ ਕਾਗਜ਼ ਦੇ ਉੱਤੇ। ਮਹਾਰਾਜ ਨੇ ਕਿਹਾ ਨਾ ਔਰ ਧਰਮ ਤਾਕੇ ਸਮ ਨਾਹਨ, ਫਿਰ ਪੰਕਤੀ ਪੜੋ। ਔਰ ਧਰਮ ਤਾਕੈ ਸਮ ਨਾਹਨ, ਹੋਰ ਧਰਮ ਜਿਹੜੇ ਆ ਤਿਸ ਧਰਮ ਦੇ ਬਰਾਬਰ ਨਹੀਂ। ਕਿਹੜਾ ਧਰਮ ਹੈ? ਹਰ ਕੋ ਨਾਮ ਜਪ ਨਿਰਮਲ ਕਰਮ, ਵਾਹਿਗੁਰੂ ਵਾਹਿਗੁਰੂ ਜਪਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲ ਮੈਂ ਏਕ ਨਾਮ ਕਿਰਪਾ ਨਿਧ, ਔਰ ਧਰਮ ਤਾਕੇ ਸਮ ਨਾਹਨ। ਕਲਯੁਗ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ, ਤਾਹੇ ਜਪੈ ਜਾਹੇ ਜਪੈ ਗਤ ਪਾਵੇ, ਜਿਸ ਨੂੰ ਜਪ ਕਰਕੇ ਗਤ ਮੁਕਤੀ ਪਾ ਸਕਦਾ ਹੈ। ਔਰ ਧਰਮ ਤਾਕੈ ਸਮ ਨਾਹਨ, ਹੋਰ ਧਰਮ ਨਾਮ ਦੇ ਜਪਣ ਦੇ ਬਰਾਬਰ ਨਹੀਂ ਮਹਾਰਾਜ ਕਹਿੰਦੇ ਐ। ਤੇ ਗੁਰੂ ਨਾਨਕ ਸਾਹਿਬ ਨੇ ਉਹ ਵਿਦਿਆ ਦੱਸੀ ਹੈ। ਵਿਦਿਆ ਕਿਹੜੀ ਹੈ? ਲਿਖ ਨਾਮ ਸਾ ਲਾਹ ਲਿਖ, ਲਿਖ ਹਿਰਦੇ ਰੂਪੀ ਕਾਗਜ਼ ਦੇ ਉੱਤੇ ਨਾਮ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਲਿਖ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਮਹਾਰਾਜ ਕਿਹਾ ਬਾਬਾ ਇਹੋ ਲੇਖਾ ਲਿਖ ਜਾਣ। ਬਾਬਾ ਜੀ ਪਾਂਧਾ ਜੀ ਇਸ ਲੇਖੇ ਨੂੰ, ਇਸ ਵਿਦਿਆ ਨੂੰ ਪੜ੍ਹਨਾ ਜਾਣਨਾ ਕਰੋ। ਇਹ ਵਿਦਿਆ ਪੜ੍ਹਨੀ ਚਾਹੀਦੀ ਹੈ ਕਿਉਂ? ਫਿਰ ਇਹ ਵਿਦਿਆ ਬ੍ਰਹਮ ਵਿਦਿਆ ਪੜ੍ਹੀ ਹੋਈ ਨਾ, ਇਹ ਨਹੀਂ ਕਿ ਵਿਦਿਆ ਪੜ੍ਹ ਛੱਡੀ ਦੂਸਰੇ ਨੂੰ ਪ੍ਰਭਾਵਿਤ ਕਰਨ ਵਾਸਤੇ, ਤੇ ਜਿਹੜਾ ਹੈ ਬੜੀਆਂ ਉਕਤੀਆਂ ਜੁਗਤੀਆਂ ਲਾ ਕੇ ਵਾਹ ਵਾਹ ਖੱਟੀ ਕੇ ਬੱਲੇ ਬੱਲੇ ਬੜੀ ਕਥਾ ਹੋਈ, ਆਪਣਾ ਮਨ ਪ੍ਰਬੋਧਿਆ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਆਪਣੇ ਮਨ ਦੇ ਉੱਤੇ ਗੁਰੂ ਉਪਦੇਸ਼ ਨੂੰ ਟਿਕਾਉਣਾ ਕਰੀਏ, ਤੇ ਫਿਰ ਜਦੋਂ ਆਪਣੇ ਹਿਰਦੇ ਰੂਪੀ ਕਾਗਜ਼ ਤੇ ਲਿਖ ਲਿਆ ਨਾ ਵਾਹਿਗੁਰੂ, ਆਪਣੇ ਮਨ ਨੂੰ ਪ੍ਰਬੋਧਨ ਲਈ ਉਹ ਕਥਾ ਕਰਦੇ ਤੇ ਸੁਣਦੇ ਐ, ਆਪਣੇ ਮਨ ਨੂੰ ਪ੍ਰਬੋਧਨ ਲਈ ਯਤਨ ਕਰਦੇ ਐ। ਤੇ ਜਦੋਂ ਫਿਰ ਮਹਾਰਾਜ ਕਹਿੰਦੇ ਜਦੋਂ ਮਨ ਤੇ ਹੀ ਲਿਖਿਆ ਗਿਆ ਤੇ ਜਿੱਥੇ ਲੇਖਾ ਮੰਗੀ ਹੈ, ਜਿੱਥੇ ਫਿਰ ਲੇਖਾ ਮੰਗਿਆ ਜਾਂਦਾ ਨਾ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਸੱਚਾ ਨਾਮ ਜਿਹੜਾ ਹਿਰਦੇ ਤੇ ਲਿਖਿਆ ਹੋਇਆ ਉਹ ਆਇਡੈਂਟੀ ਵਜੋਂ ਪ੍ਰਗਟ ਹੁੰਦਾ ਹੈ। ਮਹਾਰਾਜ ਕਹਿੰਦੇ ਪਹਿਚਾਨ ਵਜੋਂ ਪ੍ਰਗਟ ਹੁੰਦਾ ਹੈ। ਫਿਰ
ਇਉਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਧਰਮ ਤਾਕੈ ਸਮ ਨਾਹਿਨ, ਨਾ ਹੀ ਤਾਂ ਨਾਮ ਦੇ ਜਪਣ ਦੇ ਬਰਾਬਰ ਕੋਈ ਕਰਮ ਹੈ, ਨਾ ਹੀ ਨਾਮ ਦੀ ਕਮਾਈ ਦੇ ਕਰਨ ਦੇ ਬਰਾਬਰ ਕੋਈ ਵਿਦਿਆ ਹੈ। ਜਿਨ ਨਾਮ ਜਪ ਲਿਆ ਉਹਨੇ ਸਾਰੀ ਵਿਦਿਆ ਹੀ ਪੜ੍ਹ ਲਈ, ਜਿਨ ਨਾਮ ਜਪ ਲਿਆ ਉਹਨੇ ਸਾਰੇ ਹੀ ਕਰਮ ਕਰ ਲਏ, ਜਿਨ ਨਾਮ ਜਪ ਲਿਆ ਉਹਨੇ ਸਾਰੇ ਧਰਮ ਹੀ ਕਮਾ ਲਏ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਔਰ ਧਰਮ ਤਾਕੈ ਸਮ ਨਾਹਿਨ, ਹੋਰ ਧਰਮ ਨਾਮ ਜਪਣ ਦੇ ਬਰਾਬਰ ਨਹੀਂ ਭਾਈ ਕੋਈ ਪਹੁੰਚ ਸਕਦੇ। ਤੇ ਗੁਰੂ ਨਾਨਕ ਸਾਹਿਬ ਦਾ ਵਾਹਿਦ ਧਰਮ ਹੀ ਇਹ ਗੱਲ ਕਹਿੰਦਾ। ਸਤਿਗੁਰੂ ਜੀ ਦੇ ਸ਼੍ਰੀ ਕੰਠ ਦੇ ਬਚਨ ਨੇ, ਨਾਨਕ ਕਾ ਘਰ ਕੇਵਲ ਨਾਮ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਨਾਮ ਜਪੋ, ਨਾਮ ਦੇ ਜਪਣ ਦੇ ਬਰਾਬਰ ਸਤਿਗੁਰੂ ਜੀ ਕਹਿੰਦੇ ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਕੋਈ ਵਿਦਿਆ ਨਹੀਂ ਨਾਮ ਤੋਂ ਉੱਤੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਦੋਂ ਉਪਾਅ ਪੁੱਛਿਆ ਪ੍ਰਾਨੀ ਕੌਣ ਉਪਾਅ ਕਰੈ, ਤੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਪਾਅ ਦੱਸਿਆ ਹੈ। ਪੁੱਛਿਆ ਨਾ ਮਹਾਰਾਜ, ਜਾ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਵਾਹਿਗੁਰੂ ਦੀ ਭਗਤੀ ਦਾ ਪ੍ਰਸਾਦ ਮਿਲ ਜਾਵੇ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਕਲ ਮੈਂ ਏਕ ਨਾਮ ਕਿਰਪਾ ਨਿਧ। ਕਲਯੁਗ ਦੇ ਅੰਦਰ ਇੱਕੋ ਇੱਕ ਨਾਮ ਹੈ ਮੇਰੇ ਵਾਹਿਗੁਰੂ ਦਾ, ਜਾਂ ਸਾਰੀਆਂ ਹੀ ਬਖਸ਼ਾਂ ਦਾ ਖਜ਼ਾਨਾ ਹੈ। ਕਿਰਪਾ ਦਾ ਸਮੁੰਦਰ ਹੈ ਵਾਹਿਗੁਰੂ, ਜਾਹੇ ਜਪੈ ਗਤ ਪਾਵੈ। ਜਿਸ ਵਾਹਿਗੁਰੂ ਨੂੰ ਜਪਣੇ ਕਰਕੇ ਗਤ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਹੋਰ ਮਹਾਰਾਜ ਕਹਿੰਦੇ ਧਰਮ ਜਿਹੜੇ ਆ ਨਾ ਤਿਸ ਦੇ ਬਰਾਬਰ ਨਹੀਂ ਭਾਈ ਨਾਮ ਜਪਣ ਦੇ ਕੋਈ ਵੀ। ਇਹ ਬਿਦ ਬੇਦ ਬਤਾਵੈ। ਮਹਾਰਾਜ ਇਹ ਗੱਲ ਤੁਸੀਂ ਕਹਿੰਦੇ ਹੋ ਜਾਂ ਹੋਰ ਵੀ ਕੋਈ ਕਹਿੰਦਾ? ਮਹਾਰਾਜ ਕਹਿੰਦੇ ਇਹ ਬਿਦ ਬੇਦ ਬਤਾਵੈ। ਭੇਦ ਵੀ ਇਸ ਗੱਲ ਨੂੰ ਕਹਿੰਦੇ ਆ, ਇਸ ਵਿਧੀ ਨੂੰ ਭੇਦ ਵੀ ਦੱਸਦੇ ਆ ਕਿ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਨਾ ਵੇਦਾਂ ਦੀ ਵਿਦਿਆ, ਨਾ ਸ਼ਾਸਤਰ, ਨਾ ਪੁਰਾਣ। ਨਾਮ ਦੇ ਬਰਾਬਰ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਚੀਜ਼। ਇਹ ਗੱਲ ਤਾਂ ਵੇਦ ਵੀ ਦੱਸਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਵੇਦਾਂ ਮੈਂ ਨਾਮ ਉੱਤਮ, ਸੋ ਸੁਣਿਆ ਨਾਹੀਂ ਫਿਰਹਿ ਜਿਉ ਬੇਤਾਲਿਆ। ਵੇਦਾਂ ਵਿੱਚ ਵੀ ਇਹੀ ਦੱਸਿਆ ਕਿ ਨਾਮ ਹੀ ਉੱਤਮ ਹੈ ਸਭ ਤੋਂ। ਇਸ ਕਰਕੇ ਮਹਾਰਾਜ ਨੇ ਕਿਹਾ ਇਹ ਬਿਦ ਬੇਦ ਬਤਾਵੈ। ਇਹ ਵਿਧੀ ਤਾਂ ਗੁਰਸਿੱਖੋ ਵੇਦ ਵੀ ਦੱਸਦਾ ਕਿ ਨਾਮ ਦੇ ਬਰਾਬਰ ਨਹੀਂ ਕੋਈ ਵੀ ਹੈ। ਸੁਖ ਦੁਖ ਰਹਿਤ ਸਦਾ ਨਿਰਲੇਪੀ। ਹੁਣ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਆ ਤੀਸਰਾ ਬੰਦ ਹੈ ਸ਼ਬਦ ਦਾ। ਦੂਸਰੇ ਬੰਦ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਮਹਾਰਾਜ ਕਹਿੰਦੇ ਆ, ਉਹ ਜਦੋਂ ਸਿੱਖਾਂ ਪੁੱਛਿਆ ਮਹਾਰਾਜ ਉਹ ਜਿਸ ਦਾ ਨਾਮ ਜਪਣ ਨੂੰ ਸਾਨੂੰ ਆਗਿਆ ਕਰਦੇ ਹੋ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਕਰਕੇ ਦੱਸੋ ਕਿ ਰਹਿੰਦਾ ਕਿੱਥੇ ਹੈ ਪਰਮੇਸ਼ਰ? ਤਾਂ ਮਹਾਰਾਜ ਸਾਹਿਬ ਜੀ ਦੱਸਦੇ ਹਨ, ਸੁਖ ਦੁਖ ਰਹਿਤ ਸਦਾ ਨਿਰਲੇਪੀ। ਹਜ਼ੂਰ ਕਹਿੰਦੇ ਨੇ ਵਿਸ਼ੇ ਸੁੱਖਾਂ ਤੋਂ ਉਹ ਨਿਰਲੇਪ ਹੈ, ਤੇ ਫਿਰ ਅਗਿਆਨਤਾ ਦੇ ਦੁੱਖ ਤੋਂ ਵੀ ਸਦਾ ਹੀ ਨਿਰਲੇਪ ਰਹਿੰਦਾ ਹੈ, ਵੱਖਰਾ ਰਹਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਦੁੱਖਾਂ ਤੇ ਸੁੱਖਾਂ ਦੇ ਵਿੱਚੋਂ ਅਸੰਗ ਹੈ। ਸੱਚੇ ਪਾਤਸ਼ਾਹ ਕਹਿੰਦੇ ਨਾ ਉਹਨੂੰ ਦੁੱਖ ਪਾਉਂਦੇ ਆ, ਨਾ ਉਸ ਪਰ ਉਹਨੂੰ ਸੁੱਖਾਂ ਦੀ ਚੇਸ਼ਟਾ ਹੀ ਤੰਗ ਕਰਦੀ ਹੈ। ਦੁੱਖ ਸੁੱਖ, ਸੁੱਖ ਦੁੱਖ ਰਹਿਤ ਸਦਾ ਨਿਰਲੇਪੀ। ਉਹ ਵਿਸ਼ੇ ਸੁੱਖਾਂ ਤੋਂ, ਅਗਿਆਨਤਾ ਦੇ ਦੁੱਖ ਤੋਂ ਸਦਾ ਹੀ ਅਸੰਗ ਰਹਿੰਦਾ ਏ। ਜਾ ਕੋ ਕਹਿਤ ਗੁਸਾਈ। ਜਿਸ ਮੇਰੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਗੋ ਪ੍ਰਿਥਵੀ ਦਾ ਸਾਈਂ ਮਾਲਕ ਕਹਿੰਦੇ ਐ। ਉਹ ਸਾਰੀ ਕਾਇਨਾਤ ਦਾ ਮਾਲਕ ਵੈ, ਖਸਮ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਨੂੰ ਗੁਸਾਈ ਕਹਿੰਦੇ ਆ, ਮਾਲਕ ਕਹਿੰਦੇ ਐ। ਵੱਖਰੇ ਵੱਖਰੇ ਨਾਮਾਂ ਨਾਲ ਸੰਸਾਰ ਦੇ ਜੀਵ ਧਰਮ ਉਹਨੂੰ ਯਾਦ ਕਰਦੇ ਐ, ਪਰ ਮਹਾਰਾਜ ਕਹਿੰਦੇ ਹੈ ਉਹ ਇੱਕ ਮਾਲਕ ਹੈ, ਉਹ ਸਭ ਦਾ ਪਰਮੇਸ਼ਰ। ਸੋ ਤੁਮ ਹੀ ਮਹਿ ਬਸੈ ਨਿਰੰਤਰ। ਸਤਿਗੁਰੂ ਜੀ ਕਹਿੰਦੇ ਸਿੱਖੋ, ਸੋ ਤੁਮ ਹੀ ਮੈਂ ਬਸੈ ਨਿਰੰਤਰ। ਨਿਰੰਤਰ ਇੱਕ ਰਸ, ਥੋੜਾ ਜਿੰਨਾ ਵੀ ਪਰੇ ਨਹੀਂ, ਨਿਰੰਤਰ ਇੱਕ ਰਸ ਉਹ ਵਾਹਿਗੁਰੂ ਤੁਹਾਡੇ ਅੰਦਰ ਮਹਾਰਾਜ ਕਹਿੰਦੇ ਵਸ ਰਿਹਾ, ਸਭ ਦੇ ਅੰਦਰ ਇੱਕ ਰਸ। ਨਾਨਕ ਦਰਪਨ ਨਿਆਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦਰਪਨ ਸ਼ੀਸ਼ੇ ਦੀ ਨਿਆਈ। ਵਾਹਿਗੁਰੂ ਅੰਦਰ ਵਸ ਰਿਹਾ ਹੈ, ਜਿਵੇਂ ਸ਼ੀਸ਼ੇ ਦੇ ਅੰਦਰ ਆਪਣਾ ਪ੍ਰਤੀਬਿੰਬ ਦਿਸ ਪੈਂਦਾ ਹੈ ਨਾ, ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਅੰਦਰ ਵਸ ਰਿਹਾ, ਪਰ ਕੀ ਹੈ ਕਿ ਅੰਦਰ ਨੂੰ ਜੀਵ ਝਾਤੀ ਨਹੀਂ ਮਾਰਦਾ। ਜਦੋਂ ਨਾਮ ਦੇ ਜਪਣ ਦਾ ਕਰਮ ਕਰਦਾ ਉਦੋਂ ਆਪਣੇ ਅੰਦਰ ਨੂੰ ਇਹਦੀ ਬਿਰਤੀ ਮੁੜਦੀ ਹੈ, ਤਾਂ ਫਿਰ ਉਸ ਸ਼ੀਸ਼ੇ ਵਿੱਚ ਜਦੋਂ ਵੇਖਦਾ ਇਹਨੂੰ ਆਪਣਾ ਸਰੂਪ ਨਜ਼ਰ ਆ ਜਾਂਦਾ ਹੈ, ਦਿਸ ਪੈਂਦਾ ਹੈ। ਇੱਕ ਤਾਂ ਸ਼ੀਸ਼ਾ ਹੁੰਦਾ ਜਿਹੜਾ ਪੁੱਠਾ ਹੀ ਹੋਇਆ ਪਿਆ, ਤੇ ਉਹਦੇ ਵਿੱਚ ਦੀ ਚਿਹਰਾ ਕੀ ਦਿਸਣਾ ਫਿਰ?
ਤੇ ਇੱਕ ਸ਼ੀਸ਼ਾ ਹੁੰਦਾ ਜਿਹਦੇ ਉੱਤੇ ਮੈਲ ਲੱਗੀ ਹੋਵੇ, ਘੱਟਾ ਮਿੱਟੀ ਜੰਮਿਆ ਹੋਵੇ ਤੇ ਧੁੰਦਲਾ ਜਿਹਾ ਦਿਸਦਾ। ਇੱਕ ਸ਼ੀਸ਼ਾ ਹੁੰਦਾ ਜਿਹੜਾ ਫਿਰ ਸਾਫ਼ ਹੁੰਦਾ ਤੇ ਉਹਦੇ ਵਿੱਚ ਦੀ ਦਿਖਾਈ ਦਿੰਦਾ ਹੈ। ਤੇ ਇਉਂ ਜਿਨ੍ਹਾਂ ਦਾ ਤੇ ਮਨ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ ਨਿਰਮਲ ਹੋ ਜਾਂਦਾ ਹੈ ਨਾ, ਉਹਨਾਂ ਨੂੰ ਆਪਣੇ ਅੰਤःਕਰਣ ਦੇ ਅੰਦਰ ਵਾਹਿਗੁਰੂ ਦਾ ਸਰੂਪ ਦਿਸ ਪੈਂਦਾ ਹੈ। ਉਹਨਾਂ ਨੂੰ ਆਪਣਾ ਅਸਲੀ ਰੂਪ ਦਿਸ ਪੈਂਦਾ ਹੈ, ਸ਼ੀਸ਼ੇ ਦੀ ਨਿਆਈ। ਤੇ ਜਿਹੜਾ ਇਸ ਪ੍ਰਕਾਰ ਮੈਲ ਲੱਗੀ ਹੈ, ਮਨ ਦੇ ਅੰਦਰ ਇੰਨੀ ਮੈਲ ਹੈ ਕਿ ਜਗਿਆਸਾ ਹੈ ਅੰਦਰ, ਪਰ ਕਦੇ ਥੋੜਾ ਪ੍ਰਤੀਤ ਹੁੰਦਾ, ਫਿਰ ਉਸੇ ਤਰ੍ਹਾਂ ਹੀ ਸੰਸਾਰ ਵਿੱਚ ਲੱਗੇ ਰਹਿੰਦੇ ਆ। ਵਿਸ਼ੇ ਰਸ ਕਦੇ ਚਿੰਬੜ ਜਾਂਦੇ ਆ, ਕਦੇ ਫਿਰ ਸਤਸੰਗੀ ਬਣਦੇ ਆ, ਕਦੇ ਫਿਰ ਧਰਮ ਕਰਮ ਕਰਦੇ ਆ, ਫਿਰ ਡੋਲ ਜਾਂਦੇ ਆ। ਇਸ ਤਰ੍ਹਾਂ ਉਹ ਨਾ ਘੱਟਾ ਧੂੜ ਮਿੱਟੀ ਸ਼ੀਸ਼ੇ ਤੇ ਜਿਵੇਂ ਪਿਆ ਤੇ ਦਿਸਦਾ ਨਹੀਂ ਚਿਹਰਾ, ਇਸ ਤਰ੍ਹਾਂ ਉਹਨਾਂ ਨੂੰ ਵਾਹਿਗੁਰੂ ਦਾ ਸਰੂਪ ਭਾਸਦਾ ਨਹੀਂ। ਕਦੇ ਤਾਂ ਅਹਿਸਾਸ ਹੁੰਦਾ, ਕਦੇ ਬਿਲਕੁਲ ਹੀ ਗਾਫਲ ਬਣੇ ਰਹਿੰਦੇ। ਤੇ ਜਿਹੜਾ ਪੁੱਠਾ ਹੋਇਆ ਪਿਆ ਸ਼ੀਸ਼ਾ ਭਾਵ ਉਹ ਤਾਂ ਮਨਮੁਖ ਹਨ, ਬਿਲਕੁਲ ਹੀ ਉਹਨਾਂ ਨੂੰ ਪ੍ਰਤੀਤ ਹੀ ਨਹੀਂ ਹੈ, ਕਿਸੇ ਪ੍ਰਕਾਰ ਵੀ ਆਭਾਸ ਹੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਨਾਨਕ ਦਰਪਨ ਨਿਆਈ ਸੋ ਤੁਮ ਹੀ ਮੈਂ ਬਸੈ ਨਿਰੰਤਰ। ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਅੰਦਰ ਸਿੱਖਾ ਬਸ ਰਿਹਾ ਹੈ ਇੱਕ ਰਸ। ਨਾਨਕ ਦਰਪਨ ਨਿਆਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸ਼ੀਸ਼ੇ ਦੀ ਨਿਆਈ। ਸ਼ੀਸ਼ੇ ਵਿੱਚ ਜਿਹਨੇ ਸਭ ਕੁਝ ਦਿਖਾਈ ਦਿੰਦਾ ਨਾ, ਤੂੰ ਵੇਖ ਆਪਣੇ ਅੰਦਰ ਝਾਤੀ ਮਾਰ, ਉਹ ਤੇਰੇ ਅੰਦਰ ਬੈਠਾ ਹੋਇਆ ਹੈ। ਇਉਂ ਸੱਚੇ ਪਾਤਸ਼ਾਹ ਕਹਿੰਦੇ ਪ੍ਰਤੀਬਿੰਬ ਜਿਹੜਾ ਦਰਪਣ ਹੁੰਦਾ ਨਾ, ਉਹ ਪ੍ਰਤੀਬਿੰਬ ਪੈਂਦਾ ਨਾ, ਇਉਂ ਵਾਹਿਗੁਰੂ ਦਾ ਪ੍ਰਤੀਬਿੰਬ ਪੈ ਰਿਹਾ ਤੇਰੇ ਅੰਦਰ, ਪ੍ਰਕਾਸ਼ ਪੈ ਰਿਹਾ ਵਾਹਿਗੁਰੂ ਦਾ। ਜੇ ਕਰਕੇ ਆਕਾਸ਼ ਵਿੱਚ ਚੰਦਰਮਾ ਚੜ੍ਹਿਆ, ਇਹ ਦ੍ਰਿਸ਼ਟਾਂਤ ਸਮਝਣਾ। ਤੇ ਉਹਦਾ ਜਿਹੜਾ ਪ੍ਰਤੀਬਿੰਬ ਕੀ ਪਰਛਾਵਾਂ ਤਲਾਬ ਦੇ ਵਿੱਚ ਪੈਂਦਾ ਨਾ, ਤੇ ਤਲਾਬ ਦੇ ਵਿੱਚ ਚੰਦਰਮਾ ਦਿਖਾਈ ਪੈ ਰਿਹਾ ਹੈ, ਤੇ ਤਲਾਬ ਦੇ ਵਿੱਚ ਚੰਦਰਮਾ ਦਿਖਾਈ ਦਿੰਦਾ ਵੀ ਉੱਥੇ ਹੈ ਨਹੀਂ, ਹੈਗਾ ਵੀ ਆ ਉੱਥੇ, ਨਹੀਂ ਵੀ ਹੈ। ਉਹ ਇਸ ਤਰ੍ਹਾਂ ਵਾਹਿਗੁਰੂ ਦਾ ਪ੍ਰਕਾਸ਼ ਸਾਡੇ ਅੰਦਰ ਪੈ ਰਿਹਾ ਹੈ, ਸਾਡੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੈ। ਜਦੋਂ ਹਵਾ ਦੇ ਚੱਲਣ ਨਾਲ ਚੰਦਰਮਾ ਦਾ ਵਾਹਿਗੁਰੂ ਤਲਾਬ ਦਾ ਪਾਣੀ ਹਿਲਦਾ ਨਾ, ਤੇ ਉਦੋਂ ਚੰਦਰਮਾ ਹਿਲਦਾ ਪ੍ਰਤੀਤ ਹੋਣ ਲੱਗ ਜਾਂਦਾ, ਪਰ ਚੰਦਰਮਾ ਹਿਲ ਨਹੀਂ ਰਿਹਾ, ਉਹ ਤਾਂ ਕੇਵਲ ਪ੍ਰਤੀਤ ਹੋ ਰਿਹਾ ਹੈ। ਇਵੇਂ ਜੀਆਂ ਨੂੰ ਜਦੋਂ ਦੁੱਖ ਸੁੱਖ ਆਣ ਕਰਕੇ ਲਹਿਰਾਂ ਵਾਂਗੂ ਉੱਠਦੇ ਐ, ਵਾਸ਼ਨਾ ਦੀ ਹਵਾ ਚੱਲਣੇ ਕਰਕੇ ਸਾਡੇ ਅੰਦਰ ਜਿਹੜੀ ਪਰਮੇਸ਼ਰ ਦੀ ਪ੍ਰਤੀਬਿੰਬ ਪ੍ਰਛਾਈ ਪੈ ਰਹੀ ਹੈ ਨਾ, ਉਹ ਨਿਰਲੇਪ ਆ ਸਾਡੇ ਦੁੱਖਾਂ ਸੁੱਖਾਂ ਤੋਂ। ਜਿਵੇਂ ਆਕਾਸ਼ ਵਿੱਚ ਚੰਦਰਮਾ ਨਿਰਲੇਪ ਵੈ ਉਸ ਤਲਾਬ ਦੀ ਚੱਲਦੀ ਹੋਈ ਹਵਾ ਤੇ ਲਹਿਰਾਂ ਤੋਂ। ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੈ ਨਿਰੰਤਰ। ਉਹ ਵਾਹਿਗੁਰੂ ਤੇਰੇ ਅੰਦਰ ਇੱਕ ਰਸ ਵਸ ਰਿਹਾ ਹੈ, ਦਰਪਣ ਦੀ ਨਿਆਈ, ਪ੍ਰਛਾਈ ਦੀ ਨਿਆਈ, ਪ੍ਰਤੀਬਿੰਬ ਦੀ ਨਿਆਈ ਵਸ ਰਿਹਾ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਦਰਪਣ ਹੈ ਨਾ, ਜਿਹੜਾ ਕਿਹਾ ਸੀ ਗੁਰੂ ਕਿਹਨੂੰ ਧਾਰਨ ਕਰੀਏ, ਮਹਾਰਾਜ ਕਹਿੰਦੇ ਭਾਈ ਸ਼ੀਸ਼ੇ ਵਰਗਾ ਜਿਹੜਾ ਗੁਰੂ ਹੋਵੇ ਉਹਨੂੰ ਗੁਰੂ ਧਾਰਨ ਕਰੀਏ, ਜਿਨ੍ਹਾਂ ਦੇ ਉਪਦੇਸ਼ ਦਿੰਦਿਆਂ ਹੀ ਮਨ ਨੂੰ ਠੰਡ ਪੈ ਜਾਵੇ। ਸ਼ੀਸ਼ਾ ਜਿਹੜਾ ਉਹਦੇ ਵਿੱਚੋਂ ਕੀ ਹੁੰਦਾ ਹੈ, ਇੱਕ ਤਾਂ ਉਹਦੇ ਵਿੱਚ ਦੀ ਚਿਹਰਾ ਦਿਸਦਾ ਹੈ, ਫਿਰ ਉਥੋਂ ਜਿਹੜੀ ਹੈ ਉਹ ਧੁੱਪ ਸੂਰਜ ਦੀ ਜਦੋਂ ਪੈਂਦੀ ਹੈ ਤੇ ਫਿਰ ਉਹ ਧੁੱਪ ਵੀ ਪ੍ਰਕਾਸ਼ ਦੀ ਹੈ, ਤੇ ਫਿਰ ਤੀਸਰਾ ਕੀ ਹੈ ਕਿ ਉਸ ਧੁੱਪ ਦੇ ਵਿੱਚ ਦੀ ਅਗਨੀ ਵੀ ਪ੍ਰਚੰਡ ਹੋ ਜਾਂਦੀ। ਜਦੋਂ ਪਹਿਲਿਆਂ ਸਮਿਆਂ ਵਿੱਚ ਘਾਹ ਫੂਸ ਇਕੱਠਾ ਕਰਕੇ ਤੇ ਫਿਰ ਉਹਨੂੰ ਜਿਹੜਾ ਸੀ ਸ਼ੀਸ਼ੇ ਨੂੰ ਸੂਰਜ ਦੇ ਸਾਹਮਣੇ ਕਰਕੇ ਜਦੋਂ ਉਹਦੀਆਂ ਕਿਰਨਾਂ ਘਾਹ ਸੁੱਕੇ ਤੇ ਮਾਰਦੇ ਨਾ, ਤੇ ਉਹਦੇ ਵਿੱਚ ਨੂੰ ਫਿਰ ਇਹੋ ਜਿਹੀਆਂ ਕਿਰਨਾਂ ਸ਼ੀਸ਼ੇ ਨੂੰ ਪ੍ਰਵੇਸ਼ ਕਰਕੇ ਜਿਹੜੀਆਂ ਸਿੱਧੀਆਂ ਘਾਹ ਤੇ ਪੈਂਦੀਆਂ ਤੇ ਅਗਨੀ ਪ੍ਰਚੰਡ ਹੋ ਜਾਂਦੀ। ਅੱਜ ਵੀ ਅੱਗ ਬਾਲਣੀ ਦੱਸਦੇ ਆ, ਇਸ ਤਰ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਸਿਖਾਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਜੀ ਦਾ ਜੀਵਨ, ਜਿਹੜੇ ਸਤਿਗੁਰੂ ਆਪ ਪਰਮੇਸ਼ਰ ਰੂਪ ਹਨ, ਦਰਪਣ ਨਿਆਈ ਹਨ ਸੰਸਾਰ ਦੇ ਅੰਦਰ, ਉਹਨਾਂ ਨੇ ਜੀਆਂ ਦੇ ਭਲੇ ਲਈ ਹੀ ਆਪਣਾ ਸਰੀਰ ਬਣਾਉਣਾ ਕੀਤਾ ਹੈ। ਐਸੇ ਸਤਿਗੁਰੂ ਜੀ ਦੇ ਸਾਹਮਣੇ ਜਦੋਂ ਇਹ ਘਾਹ ਦੀ ਨਿਆਈ ਕੀ ਹੈ, ਸੁੱਕੇ ਘਾਹ ਦੀ ਨਿਆਈ, ਜਗਿਆਸਾ ਧਾਰ ਕੇ ਪੂਰੇ ਗੁਰੂ ਜੀ ਦੇ ਸਨਮੁਖ ਹੋਣਾ। ਇੱਕ ਤਾਂ ਸ਼ੀਸ਼ੇ ਵਿੱਚੋਂ ਜਿਹੜਾ ਪ੍ਰਤੀਬਿੰਬ ਦਿਸਦਾ ਉਹ ਚੇਤਨਾ ਹੈ, ਪਰਮੇਸ਼ਰ ਜੋ ਚੇਤਨ ਰੂਪ ਹੈ
ਗੁਰੂ ਸਾਹਿਬ ਜੀ ਪ੍ਰਤੱਖ ਪਰਮੇਸ਼ਰ ਦਾ ਰੂਪ ਹਨ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਸਿੱਖ ਨੂੰ ਜਦੋਂ ਸ਼ਰਧਾ ਹੁੰਦੀ ਹੈ ਕਿ ਮਾਨੁਖ ਕਾ ਕਰ ਰੂਪ ਨਾ ਜਾਣ, ਤੇ ਫਿਰ ਮਹਾਰਾਜ ਦੇ ਵਿੱਚੋਂ ਭਗਤੀ ਰੂਪੀ ਧੁੱਪ ਪ੍ਰਕਾਸ਼ਦੀ ਹੈ। ਤੇ ਜਦੋਂ ਸਿੱਖ ਜਿਹੜਾ ਹੈ ਸਾਧਨਾ ਸੰਯੁਕਤ ਹੋ, ਪਿਆਰ ਦੇ ਸਹਿਤ ਹੋ, ਆਪਣੇ ਅੰਦਰੋਂ ਸਾਰੀ ਜਿਹੜੀ ਹੈ ਇਸ ਪ੍ਰਕਾਰ ਅਗਿਆਨਤਾ ਨਾਸ਼ ਕਰਨ ਲਈ ਆਪਣੇ ਅੰਦਰ ਸ਼ਰਧਾ ਧਾਰ ਕੇ ਸਤਿਗੁਰੂ ਜੀ ਦੇ ਸਨਮੁਖ ਹੁੰਦਾ ਹੈ ਤੇ ਅਗਿਆਨਤਾ ਦੇ ਨਾਸ਼ ਹੋਣ ਲਈ ਅਰਦਾਸ ਕਰਦਾ ਹੈ। ਫਿਰ ਸਤਿਗੁਰੂ ਰੂਪੀ ਸ਼ੀਸ਼ੇ ਦੀਆਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਰੂਪੀ ਸੂਰਜ ਦਾ ਜਿਹੜਾ ਹੈ ਪ੍ਰਤੀਬਿੰਬ ਪ੍ਰਕਾਸ਼ ਮੁੜ ਕੇ ਆਪਣੇ ਸਿੱਖ ਦੇ ਹਿਰਦੇ ਦੇ ਉੱਤੇ ਪਾਉਂਦੇ ਆ, ਉਸੇ ਸਮੇਂ ਜਿਵੇਂ ਘਾਹ ਤੇ ਅੱਗ ਬਲ ਜਾਂਦੀ ਹੈ ਨਾ, ਪੂਰੇ ਗੁਰੂ ਜੀ ਦਾ ਦਰਸ਼ਨ ਵੇਖਦਿਆਂ ਸਾਰੀ ਅੰਦਰ ਗਿਆਨ ਦੀ ਅਗਨ ਪ੍ਰਚੰਡ ਹੋ ਜਾਂਦੀ। ਉਸੇ ਸਮੇਂ ਗਿਆਨ ਬਾਲ ਆਉਂਦਾ, ਭਾਵ ਗਿਆਨ ਪ੍ਰਗਟ ਹੋ ਆਉਂਦਾ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਗੁਰੂ ਉਹ ਧਾਰਨ ਕਰੋ ਜਿਹੜੇ ਸ਼ੀਸ਼ੇ ਦੀ ਨਿਆਈ ਹਨ, ਜਿਨ੍ਹਾਂ ਦਾ ਇਹੋ ਜਿਹਾ ਉਪਦੇਸ਼ ਹੈ ਕਿ ਉਹਨਾਂ ਦਾ ਉਪਦੇਸ਼ ਪਾ ਕਰਕੇ ਹੀ ਜੀਆਂ ਨੂੰ ਸਦਗਤੀ ਮਿਲਦੀ ਹੈ, ਮਨ ਨੂੰ ਠੰਡ ਪੈਂਦੀ ਹੈ। ਐਸੇ ਗੁਰੂ ਜੀ ਦਾ ਹੀ ਦਿੱਤਾ ਹੋਇਆ ਨਾਮ ਜਿਹੜਾ ਨਾ ਵਾਹਿਗੁਰੂ ਮੰਤਰ, ਉਹਨੂੰ ਮਹਾਰਾਜ ਕਹਿੰਦੇ ਜਪ ਕਰਕੇ ਤੇ ਫਿਰ ਸਾਰੇ ਧਰਮ ਕਮਾ ਲੋਗੇ। ਇਸ ਦੇ ਬਰਾਬਰ ਧਰਮ ਹੀ ਕੋਈ ਹੋਰ ਹੈ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੈ ਨਿਰੰਤਰ। ਫਿਰ ਪਤਾ ਲੱਗ ਜਾਏਗਾ ਕਿ ਵਾਹਿਗੁਰੂ ਸਾਡੇ ਅੰਦਰ ਹੀ ਇੱਕ ਰਸ ਵਸ ਰਿਹਾ। ਮਹਾਰਾਜ ਕਹਿੰਦੇ ਸਿੱਖੋ ਉਹ ਤਾਂ ਤੁਹਾਡੇ ਅੰਦਰ ਇੱਕ ਰਸ ਵਸ ਰਿਹਾ, ਨਾਨਕ ਦਰਪਨ ਨਿਆਈ, ਹਜੂਰ ਕਹਿੰਦੇ ਸ਼ੀਸ਼ੇ ਦੀ ਨਿਆਈ। ਇਹ ਉਪਦੇਸ਼ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਆ। ਹਜੂਰ ਰਹਿਮਤ ਕਰਨ। ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ, ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਹਰਿ ਨਾਉ ਨਿਧ ਆਵੈ ਧਾਇ, ਘਰ ਨਾਉ ਨਿਧ ਆਵੈ ਧਾਇ। ਘਰ ਨਾਉ ਨਿਧ ਆਵੈ ਧਾਇ, ਘਰ ਨਾਉ ਨਿਧ ਆਵੈ ਧਾਇ। ਘਰ ਨਾਉ ਨਿਧ ਆਵੈ ਧਾਇ, ਘਰ ਨਾਉ ਨਿਧ ਆਵੈ ਧਾਇ। ਘਰ ਨਾਉ ਨਿਧ ਆਵੈ ਧਾਇ, ਘਰ ਨਾਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।